मेरे को केरा जीप हुंदी सी जब मैं सर्विस ज्वाइन की, ਉਹਦੇ ਚ ਆਈਸ਼ਰ ट्रैक्टर ਦਾ इंजन रख लिया सी, ਉਹ ਰੌਲਾ बहुत ਪਾਉਂਦਾ ਸੀ, पर ਚੱਲਦਾ ट्रैक्टर ਵਾਂਗੂ ਸੀ, पर ਸੀਗੀ जीप। सो पंजाब च ਉਹ ਜਿਹਾ जुगाड़ ਕਰਨ ਲੱਗੇ ਹੋਏ ਹੈ, ਭੰਨ ਤੋੜ ਕਰਕੇ जुगाड़ वाला ਕੰਮ ਚੱਲਦਾ नहीं ਹੁੰਦਾ। आपने एक बड़ा साल ਦੇ ਸ਼ੁਰੂ ਦੇ ਵਿੱਚ ਇੱਥੇ ਤਬਦੀਲੀ ਕਰਤੀ ਆਪਣੇ ਰੂਲਾਂ 'ਚ ਕਿ ਜੀ ਪਹਿਲਾਂ ਇਹ ਕਹਿੰਦੇ ਸੀ ਕਿ ਦੋ ਰਿਸ਼ਤੇਦਾਰ ਪਾਰਟੀ 'ਚ ਨਹੀਂ ਆ ਸਕਦੇ। ਉਹਨਾਂ ਨੇ ਕਿਹਾ ਨਹੀਂ, ਜੇ ਰਿਸ਼ਤੇਦਾਰ ਪਹਿਲਾਂ ਹੀ ਪੋਲਿਟਿਕਸ ਹੋਣ, ਤੁਹਾਨੂੰ ਪਤਾ ਹੈ ਇਹਦਾ ਕੀ ਮਤਲਬ ਨਿਕਲਦਾ ਹੈ, ਕਿਉਂਕਿ ਪਿਛਲੇ ਵਾਰ ਇੱਕ ਹਸਬੈਂਡ ਵਾਈਫ ਇਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਸੀ, ਇਹਨਾਂ ਨੇ ਕਿਹਾ ਨਹੀਂ ਦੋਨਾਂ ਚੋਂ ਇੱਕ ਆ ਸਕਦਾ, ਦੋ ਨਹੀਂ ਆ ਸਕਦੇ। ਇੱਕਦਮ ਪਾਰਟੀਆਂ ਜਿਵੇਂ ਬਣ ਰਹੀਆਂ ਪੰਜਾਬ 'ਚ, ਮੈਂ ਉਹਦੇ ਨਾਲ ਸਹਿਮਤ ਨਹੀਂ ਕਿ ਪਹਿਲਾਂ ਪਾਰਟੀ ਬਣਾ ਲਓ ਫਿਰ ਬੰਦੇ ਲੱਭਣੇ ਸ਼ੁਰੂ ਕਰੋ। ਪਹਿਲਾਂ ਮੰਚ ਬਣਾਓ, ਮੰਚ ਤੇ ਤੁਸੀਂ ਲੋਕਾਂ ਨੂੰ ਕਹੋ ਭਾਈ ਆ ਜਾਓ, ਕਿਹਨੇ ਆਣਾ ਆ ਜਾਓ, ਦੇਖਦੇ ਆ ਸੱਚੇ ਚੰਗੇ ਬੰਦੇ ਜਿਹੜੇ ਆਂਦੇ, ਪਹਿਲਾਂ ਪੰਜਾਬ ਨੂੰ ਦਿਖਾਓ ਤੁਹਾਡੇ ਨਾਲ ਜੁੜੇ ਕੌਣ ਹੋਏ ਆ ਬੰਦੇ, ਉਦੋਂ ਤੁਸੀਂ ਤੈਅ ਕਰ ਸਕਦੇ ਹੋ ਕਿ ਇਹਨੂੰ ਪਾਰਟੀ ਬਣਾਉਣਾ ਹੈ ਜਾਂ ਨਹੀਂ ਬਣਾਉਣਾ ਹੈ, ਜਾਂ ਇਹਨੂੰ ਸਿਰਫ ਇੱਕ ਅੰਦੋਲਨ ਹੀ ਰੱਖਣਾ ਹੈ। ਲੇਕਿਨ ਜੇ ਤੁਸੀਂ ਪਹਿਲਾਂ ਹੀ ਪਾਰਟੀ ਬਣਾ ਕੇ ਫਿਰ ਕਹੋ ਜੀ ਹੁਣ ਦੱਸੋ ਇਹ ਬੱਸ 'ਚ ਅਸੀਂ ਬੰਦੇ ਕਿਹੜੇ ਬਿਠਾਈਏ, ਉਹ ਮੇਰੇ ਖਿਆਲ ਉਲਟ ਹੋਗੀ ਗੱਲ। ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਭਾਰਤ ਦੇ ਸਾਬਕਾ ਸਫੀਰ ਸਰਦਾਰ ਕੇਸੀ ਸਿੰਘ ਜੀ। ਆਇਆ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਖੁਸ਼ੀ ਹਮੇਸ਼ਾ ਤੁਹਾਡੇ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਾਹਿਬ, ਵੈਸੇ ਬੁਨਿਆਦੀ ਮੁੱਦਾ ਤਾਂ ਸਾਡਾ ਇਹ ਆ ਕਿ ਕਿਸਾਨੀ ਰੀੜ ਆ ਸਾਡੀ, ਔਰ ਕਿਸੇ ਦਾ ਲੱਕ ਤੋੜਨ ਦਾ ਮਤਲਬ ਹੈ ਉਹਨੂੰ ਨਕਾਰਾ ਕਰ ਦੇਣਾ। ਜਿਹੜੀ ਦੇਸ਼ ਦੇ ਵਿੱਚ ਰਾਜਨੀਤੀ ਦੇ ਅੰਦਰ ਸ਼ਰਦ ਪਵਾਰ ਵਾਲੀ ਰਾਜਨੀਤੀ ਹੋ ਰਹੀ ਆ, ਜਿਹਦੇ ਵਿੱਚ ਤੁਸੀਂ ਸ਼ਾਮਲ ਸੀ ਔਰ ਕਿਸਾਨੀ ਮਾਮਲੇ ਪ੍ਰਮੁਖਤਾ ਨਾਲ ਅੱਗੇ ਆਏ, ਗੱਲ ਤਾਂ ਅਸੀਂ ਉੱਤੇ ਕਰਨੀ ਹੈ। ਪਰ ਮੈਂ ਪਹਿਲਾਂ ਗੱਲ ਸ਼ੁਰੂ ਕਰਨੀ ਚਾਹੁੰਦਾ ਹੈ ਕਿ ਅੱਜ ਚੰਡੀਗੜ੍ਹ ਦੇ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ SIT ਅੱਗੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ, ਤੇ ਸੁਖਬੀਰ ਸਿੰਘ ਬਾਦਲ ਦੇ ਪੇਸ਼ ਹੋਣ ਤੋਂ ਬਾਅਦ ਵੱਡੇ ਅਕਾਲੀ ਆਗੂ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਆ ਕਿ ਸਾਡੇ ਨਾਲ ਸਿਆਸੀ ਬਦਲਾਖੋਰੀ ਹੋ ਰਹੀ ਆ, ਹਾਈ ਕਮਾਂਡ ਬਾਦਲ ਕਿਆਂ ਨੂੰ ਟਾਰਗੇਟ ਤੇ ਲੈ ਰਹੀ ਆ, ਔਰ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਉਹਦਾ ਕੱਖ ਨਾ ਰਵੇ ਜਿਹਨੇ ਬੇਅਦਬੀ ਕੀਤੀ ਜਾਂ ਕਰਵਾਈ। ਆਖਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਜੇਕਰ ਇਹ ਧਿਰਾਂ ਗੁਰੂ ਮਹਾਰਾਜ ਨਾਲ ਸੰਬੰਧਿਤ ਹੀ ਸਿਆਸਤ ਕਰਦੀਆਂ ਰਹੀਆਂ, ਗੁਰੂ ਘਰਾਂ ਤੋਂ ਸਿਆਸਤ ਚੱਲਦੀ ਰਹੀ ਆ, ਅਕਾਲੀਆਂ ਦੀ ਪੋਲਿਟਿਕਸ ਹੀ ਸਿੱਖ ਪੋਲਿਟਿਕਸ ਰਹੀ ਆ, ਤਾਂ ਫਿਰ ਇੰਨੇ ਸ਼ੋਰ ਸ਼ਰਾਬਿਆਂ ਦੀ ਲੋੜ ਹੁੰਦੀ ਆ ਜੇਕਰ ਸਾਡੀ ਬੁਨਿਆਦ ਹੀ ਸਿੱਖ ਮਸਲੇ ਨੇ, ਕਿਸਾਨੀ ਮਸਲੇ ਨੇ, ਤੇ ਇਹਨਾਂ ਦੋਵਾਂ ਮੁੱਦਿਆਂ ਤੋਂ ਤੁਸੀਂ ਕੰਡ ਕਰਕੇ ਪਿੱਠ ਕਰਕੇ ਸਰਵਾਈਵ ਕਿਵੇਂ ਕਰ ਪਾਓਗੇ? ਤੁਹਾਨੂੰ ਵੈਸੇ ਇਹ ਕਿਵੇਂ ਸਮਝਾਉਂਦਾ ਸਾਰਾ ਮਸਲਾ? ਦੇਖੋ, ਪਹਿਲਾਂ ਤਾਂ ਤੁਸੀਂ ਦੇਖੋ ਅੱਜ ਕਿਸਾਨ ਆਪਣੇ ਅੰਦੋਲਨ ਨੂੰ ਅੱਗੇ ਲੈ ਕੇ ਲਿਆ ਰਿਹਾ, 7 ਮਹੀਨੇ ਪੂਰੇ ਹੋ ਗਏ ਹੈ। ਉਹਨਾਂ ਨੇ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ, ਹੋਰ ਜਗ੍ਹਾ ਵੀ ਕੀਤਾ, ਕਿਉਂਕਿ ਨਹੀਂ ਹੁੰਦਾ ਕੀ ਹੈ ਕਿ ਲੋਕਾਂ ਦੀ ਨਜ਼ਰਾਂ ਤੋਂ ਦੂਰ ਚਲਿਆ ਜਾਂਦਾ ਹੈ। ਪਰ ਉਸੇ ਦਿਨ ਜਦ ਕਿ ਸਾਨੂੰ ਕਿਸਾਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ, ਅਸੀਂ ਇਹ ਜਿਹੜਾ ਨਾਟਕ ਹੋ ਰਿਹਾ ਹੈ ਇੱਧਰ ਜਾ ਰਹੇ ਹਾਂ। ਹੁਣ ਰੌਲਾ ਕੀ ਪਿਆ? ਰੌਲਾ ਇਹ ਹੈ ਕਿ ਇਲਜ਼ਾਮ ਇਹ ਲੱਗਦਾ ਹੈ, ਕਾਂਗਰਸ ਦੇ ਵਿੱਚੋਂ ਹੀ ਇਲਜ਼ਾਮ ਲੱਗਿਆ ਹੈ ਕਿ ਕੈਪਟਨ ਸਾਹਿਬ ਤੇ ਬਾਦਲ ਪਰਿਵਾਰ ਦੇ ਵਿੱਚ ਇਹਨਾਂ ਦਾ ਫੈਸਲਾ ਹੋ ਗਿਆ ਕਿ ਇੱਕ ਦੂਜੇ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ। ਉਹੀ ਇਲਜ਼ਾਮ ਲੱਗਦੇ ਆ ਹਾਈ ਕਮਾਂਡ 'ਚ ਗੱਲ ਗਈ, ਹਾਈ ਕਮਾਂਡ ਨੇ 2 ਵਾਰ ਕੈਪਟਨ ਸਾਹਿਬ ਦੀ ਪੇਸ਼ੀ ਕੀਤੀ, MLA ਨੇ ਜਾ ਕੇ ਉੱਥੇ ਆਪਣੇ ਵਿਚਾਰ ਧਰੇ। ਉਹਦੇ ਬਾਅਦ ਹਾਈ ਕਮਾਂਡ ਨੇ ਕਿਹਾ ਜੀ ਆਹ ਤੁਸੀਂ ਵਾਅਦੇ ਕੀਤੇ ਸੀ ਜਦ ਤੁਸੀਂ ਇਲੈਕਟ ਹੋਏ ਹੋ, ਤੇ ਇਹ ਵਾਅਦਿਆਂ ਤੇ ਤੁਸੀਂ ਫਟਾਫਟ 10 ਦਿਨਾਂ 'ਚ ਐਕਸ਼ਨ ਕਰਕੇ ਦੱਸੋ। ਹੁਣ ਕੈਪਟਨ ਸਾਹਿਬ ਗਏ ਉਹਦੇ 'ਚ ਫਸ, ਕਿਉਂਕਿ ਹਾਈ ਕਮਾਂਡ ਦੇ ਪ੍ਰੈਸ਼ਰ ਦੇ ਨੀਚੇ ਜੇ ਐਕਸ਼ਨ ਨਹੀਂ ਕਰੋਗੇ ਤਾਂ ਫਿਰ ਦੂਜੇ ਪਾਸੇ ਨਜ਼ਰ ਆ ਰਿਹਾ ਹੈ ਕਿ ਜਿਹੜੇ ਬੰਦੇ ਉਹਨਾਂ ਦੀ ਕੁਰਸੀ ਚਾਹ ਰਹੇ ਹੈ ਉਹ ਤਾਂ ਪਹਿਲਾਂ ਹੀ ਅਚਕਨ ਪਾ ਕੇ ਤਿਆਰ ਖੜੇ ਆ ਸਾਰੇ ਜਾਣੇ। ਸੋ ਇਸ ਕਰਕੇ ਹੁਣ ਆਂਦਿਆਂ ਹੀ ਇਹਨਾਂ ਨੇ ਕਾਰਵਾਈ ਸ਼ੁਰੂ ਕਰਤੀ। ਕਾਰਵਾਈ ਹੁੰਦੀ ਹੈ ਤਾਂ ਫਿਰ ਹੁਣ ਸੁਖਬੀਰ ਬਾਦਲ ਨੂੰ ਤਕਲੀਫ ਪਹੁੰਚਦੀ ਹੈ, ਕਿਉਂਕਿ 4.5 ਸਾਲ ਤੱਕ ਤਕਲੀਫ ਹੋਈ ਨਹੀਂ। ਹੁਣ ਫਿਰ ਇਹਨਾਂ ਨੇ ਪ੍ਰਦਰਸ਼ਨ ਵੀ ਕਰਤਾ, ਉੱਥੇ ਬੰਦੇ ਲੈ ਕੇ ਇਹਨਾਂ ਦੇ ਫਾਰਮ ਹਾਊਸ ਤੇ ਪਹੁੰਚ ਕੇ। ਇਹ ਤਾਂ ਨੂਰਾ ਕੁਸ਼ਤੀ ਹੈ ਦੋਨਾਂ ਦੀ ਕਿ ਉੱਤੋਂ ਇੱਕ ਦੂਜੇ ਨੂੰ ਝਪਟਾ ਮਾਰ ਦਿਖਾਉਂਦੇ ਆ, ਲੇਕਿਨ ਇਹਦੇ ਨਾਲ ਕੋਈ ਫੈਸਲਾ ਨਹੀਂ ਨਿਕਲਣਾ। ਫੈਸਲਾ ਤਾਂ ਅੱਛੀ ਤਰ੍ਹਾਂ ਕਾਰਵਾਈ ਹੋਵੇ, ਇਨਵੈਸਟੀਗੇਸ਼ਨ ਹੋਵੇ, ਕਿਉਂਕਿ ਇਹ ਮੁੱਦੇ ਤਾਂ 2015 ਨੇ, 2 ਸਾਲ ਤਾਂ ਬਾਦਲ ਸਰਕਾਰ ਰਹੀ। ਇਹਨਾਂ ਨੇ ਉਸ ਟਾਈਮ ਕਿਉਂ ਨਾ ਇਹ ਕੱਢ ਸਕੇ ਕਿ ਕੌਣ ਰਿਸਪੌਂਸਿਬਿਲਿਟੀ, ਇਸ ਲਈ ਕਿਹਦੀ ਸਾਰਿਆਂ ਤੋਂ ਜ਼ਿਆਦਾ ਰਿਸਪੌਂਸਿਬਿਲਿਟੀ ਹੈ, ਕੀਤਾ ਕਿਹਨੇ ਹੈ ਇਹ। ਦੇਖੋ, ਗੱਲ ਤਾਂ ਸਿਰਫ ਫਾਇਰਿੰਗ ਵਾਲੀ ਤਾਂ ਬਹੁਤ ਮਾੜੀ ਗੱਲ ਹੋਈ, ਲੇਕਿਨ ਫਾਇਰ ਹੋਈ ਹੈ ਬੇਅਦਬੀ ਦੇ ਬਾਅਦ। ਬੇਅਦਬੀ ਆਈ ਹੈ ਜਦ ਅਕਾਲ ਜਥੇਦਾਰ ਸਾਹਿਬ ਨੇ ਮਾਫੀ ਦਿੱਤੀ ਹੈ ਡੇਰਾ ਸੱਚਾ ਸੌਦੇ ਦੇ ਹੈਡ ਨੂੰ, ਉਹ ਮਾਫੀ ਦੇ ਕੇ ਫਿਰ ਵਾਪਸ ਲਈ ਹੈ। ਉਹਦੇ 'ਚ ਇਲਜ਼ਾਮ ਲੱਗਿਆ ਕਿ ਬੰਬੇ ਦੇ ਐਕਟਰ ਵੀ ਆਏ ਸੀ, ਕਈ ਕੁਛ ਹੋਇਆ। ਤਾਂ ਇਸ ਕਰਕੇ ਜੇ ਤੁਸੀਂ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਇੰਸਟੀਟਿਊਸ਼ਨਸ ਨੇ, ਅਕਾਲ ਤਖਤ ਸਾਹਿਬ,
ਜਥੇਦਾਰ ਅਕਾਲ ਤਖਤ ਦੇ ਜਿਨ੍ਹਾਂ ਦਾ ਇੱਕ ਅਹੁਦਾ ਹੈ, ਉਹ ਸਮਝਿਆ ਜਾਂਦਾ ਹੈ ਜੇ ਉਹਨਾਂ ਨੇ ਕੋਈ ਬਿਆਨ ਦੇਤਾ ਤਾਂ ਸਾਰੀ ਸਿੱਖ ਕੌਮ ਉਹਦੀ ਪਾਲਣਾ ਕਰੇਗੀ। ਜੇ ਉਹ ਇਹੋ ਜਿਹਾ ਖਿਲਵਾੜ ਕੀਤਾ ਜਾਵੇ ਕਿ ਉਹ ਪਹਿਲਾਂ ਮਾਫੀ ਦੇ ਦੇਣ, ਮਾਫੀ ਵਾਪਸ ਲੈ ਲੈਣ, ਫਿਰ ਤਾਂ ਤੁਸੀਂ ਉਹ ਇੰਸਟੀਟਿਊਸ਼ਨ ਇਹ ਕਿਉਂ ਹੋਇਆ? ਕਿਉਂਕਿ ਇਹ ਬਾਦਲ ਪਰਿਵਾਰ ਨੇ ਸਿਆਸਤ ਵੀ ਕਾਬੂ ਕਰ ਲਈ, SGPC ਵੀ ਕਾਬੂ ਕਰ ਲਈ, ਜਿਹੜੇ ਸਿੱਖਾਂ ਦੇ ਇੰਸਟੀਟਿਊਸ਼ਨਸ ਜਿਵੇਂ ਜਥੇਦਾਰ ਅਕਾਲ ਤਖਤ ਉਹ ਵੀ ਨਹੀਂ ਐਸੀ ਬਿਆਨਬਾਜ਼ੀ ਕਰਦੇ ਜੀ ਤੋਂ ਇਹ ਲੱਗੇ ਕਿ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਆਜ਼ਾਦ ਹੈ, ਉਹਨਾਂ ਤੇ ਕੋਈ ਦਬਾਅ ਨਹੀਂ ਹੈ। ਉਹ ਸਰਕਾਰ ਨੂੰ ਜਾਂ ਬਾਦਲ ਦਲ ਨੂੰ ਕਿਸੇ ਨੂੰ ਵੀ ਜਿਹੜੀ ਸਿੱਖੀ ਦਾ ਮੁੱਦਾ ਆਵੇ ਉਹਦੇ ਤੇ ਉਹ ਵਿਚਾਰ ਆਪਣੇ ਦੇ ਸਕਦੇ ਆ, ਹਦਾਇਤ ਦੇ ਸਕਦੇ ਆ ਕਿ ਇਹ ਹੁਕਮਨਾਮਾ ਹੈ, ਇਹਦੇ ਤੇ ਤੁਸੀਂ ਪਾਲਣਾ ਕਰੋ। ਉਹ ਕਿਉਂ ਘਟ ਗਈ? ਉਹਦਾ ਆਦਰ ਕਿਉਂ ਘਟ ਗਿਆ? ਕਿਉਂਕਿ ਜੇ ਤੁਸੀਂ ਉਹਨਾਂ ਇੰਸਟੀਟਿਊਸ਼ਨ ਨਾਲ ਖਿਲਵਾੜ ਕਰੋਗੇ, ਉਹਨੂੰ ਵਰਤੋਗੇ ਆਪਣੀਆਂ ਇਲੈਕਸ਼ਨਾਂ ਲਈ ਕਿ ਡੇਰਾ ਸੱਚਾ ਸੌਦਾ ਵੋਟਾਂ ਪਵਾ ਦੇਗਾ, ਕਦੇ ਮਾਫ ਕਰਾ ਦਿਓ, ਕਦੇ ਮਾਫੀ ਵਾਪਸ ਹੋ ਗਈ, ਜਾਂ ਰੌਲਾ ਪਿਆ। ਰੌਲਾ ਤਾਂ ਉੱਥੋਂ ਚੱਲਦਾ ਹੈ, ਉੱਥੋਂ ਫਿਰ ਬੇਅਦਬੀ ਕੀਤੀ ਉਹਨਾਂ ਦੇ ਮੈਂਬਰਸ ਨੇ। ਬੇਅਦਬੀ ਦੇ ਬਾਅਦ ਲੋਕਾਂ ਨੂੰ ਗੁੱਸਾ ਚੜਿਆ, ਉਹ ਲੋਕ ਜਦ ਗੁੱਸਾ ਚੜ ਕੇ ਬੈਠੇ ਸੀ, ਫਿਰ ਤੁਸੀਂ ਕਾਰਵਾਈ ਪੁਲਿਸ ਦੀ ਐਸੀ ਕੀਤੀ ਜਿਹਦੇ ਚ ਬੰਦੇ ਆਪਣੀ ਜਾਨ ਖੋ ਬੈਠੇ। ਤੁਸੀਂ ਉਹਨੂੰ ਸੰਭਾਲ ਨਹੀਂ ਪਾਏ। ਲੋਕਾਂ ਨਾਲ ਤੁਸੀਂ ਮਿਲ ਕੇ ਉਹਨਾਂ ਨੂੰ ਸਮਝਾਉਂਦੇ ਕਿ ਭਾਈ ਤੁਸੀਂ ਸੜਕ ਨਾ ਰੋਕੋ। ਉਹਨਾਂ ਨੂੰ ਗੁੱਸਾ ਤਾਂ ਸੀ ਕਿਉਂਕਿ ਬਾਦਲ ਸਰਕਾਰ ਕੋਈ ਕਾਰਵਾਈ ਨਹੀਂ ਸੀ ਕਰ ਰਹੀ। ਹੁਣ ਆ ਗਏ 4.5 ਸਾਲ ਕੈਪਟਨ ਸਾਹਿਬ ਦੇ, ਉਹ ਕਰ ਗਏ, ਇੱਕ SIT ਬਣਾਉਂਦੇ ਰਹੇ। SIT ਦਾ ਜਿਹੜਾ IG ਹੈ, ਜਿਹਨੂੰ ਹਾਈ ਕੋਰਟ ਨੇ ਸਟ੍ਰਿਕਚਰਸ ਇਸ਼ੂ ਕੀਤੇ ਨੇ, ਉਹ ਜਾ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਉਹਨੇ। ਹੁਣ ਇਹ ਖੇਲ ਕੀ ਹੈ ਕਿ ਬੰਦਾ ਇੱਥੋਂ ਇਨਵੈਸਟੀਗੇਸ਼ਨ ਕਰਕੇ ਕੱਲ ਸ਼ਾਮ ਤੱਕ ਇਨਵੈਸਟੀਗੇਸ਼ਨ ਕਰਦਾ ਸੀ, ਅੱਜ ਸਵੇਰੇ ਪਾਰਟੀ 'ਚ ਵੜ ਜਾਏ। ਇਹ ਤਾਂ ਇਹ ਮੇਰੀ ਸਮਝ ਨਹੀਂ ਆਉਂਦਾ ਕਿ ਪਾਰਟੀ ਨੂੰ ਲੈਣੇ ਨਹੀਂ ਚਾਹੀਦੇ ਇਹ ਜਿਹੇ ਬੰਦੇ। ਕੀ ਤੁਸੀਂ ਇਸ ਲਈ ਲੈ ਰਹੇ ਹੋ ਕਿਉਂਕਿ ਹਾਈ ਕੋਰਟ ਦੇ ਸਟ੍ਰਿਕਚਰਸ ਇਹਦੇ ਤੇ ਇਸ਼ੂ ਹੋਏ ਹੈ? ਇਹ ਕਹਿ ਰਿਹਾ ਜੀ ਮੈਂ ਬੁਰਾ ਭਲਾ ਕਹੂੰਗਾ, ਕੈਪਟਨ ਸਾਹਿਬ ਨੂੰ ਕਰੂੰਗਾ, ਦੂਸਰੇ। ਸੋ ਤੁਸੀਂ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਇੰਨੀ ਗਿਰਾ ਲਈ ਹੈ ਕਿ ਇਹ ਸਿਰਫ ਇਹੀ ਬਣ ਗਿਆ ਕਿ ਸਾਡੇ ਇੰਡੀਵਿਜੂਅਲ ਕੀ ਨੇ, ਇੱਕ ਦੂਜੇ ਤੇ ਅਸੀਂ ਇਲਜ਼ਾਮ ਕੀ ਲੱਗਦੇ ਨੇ, ਇੱਕ ਦੂਜੇ ਨੂੰ ਕਿਵੇਂ ਬਚਾਉਣਾ, ਇਸ ਨੂੰ ਕਿਵੇਂ ਇਸਤੇਮਾਲ ਕਰਕੇ ਅਗਲੀ ਇਲੈਕਸ਼ਨ ਜਿੱਤਣੀ ਹੈ। ਮੁੱਦਾ ਕੀ ਹੈ? ਮੁੱਦੇ ਤੇ ਨਹੀਂ ਰਿਹਾ, ਮੁੱਦੇ ਤੇ ਧਿਆਨ ਨਹੀਂ ਹੈ, ਧਿਆਨ ਸਾਰਾ ਹੈਗਾ ਸਿਆਸਤ 'ਚ ਜੀ। ਔਰ ਅੱਜ ਜਦੋਂ ਅੱਜ ਅਸੀਂ ਕੁੱਲ ਮਿਲਾ ਕੇ ਇੱਕ ਵਾਰੀ ਫਿਰ ਪੁਰਾਣੀ ਲੀਡਰਸ਼ਿਪ ਜਿਨ੍ਹਾਂ 'ਚ ਚਰਨਜੀਤ ਸਿੰਘ ਅਟਵਾਲ ਵੀ ਬੈਠੇ ਆ, ਭੁੰਦੜ ਸਾਹਿਬ, ਉਹ ਡਿਫੈਂਡ ਕਰ ਰਹੇ ਆ ਆਪਣੀ ਲੀਡਰਸ਼ਿਪ ਨੂੰ, ਮਤਲਬ ਬਾਦਲ ਪਰਿਵਾਰ ਨੂੰ। ਔਰ ਉਦੋਂ ਪਿਛਾਂਹ ਨੂੰ ਝਾਤੀ ਮਾਰਦੇ ਆ ਕਿ 100 ਸਾਲ ਪਹਿਲਾਂ ਬਣੀ ਪਾਰਟੀ ਕਿਵੇਂ ਇੱਕ ਪਰਿਵਾਰ ਤੱਕ ਸੀਮਤ ਹੋ ਗਈ। ਇੱਕ ਪਰਿਵਾਰ ਤੋਂ ਬਾਅਦ ਹਰ ਮਸਲੇ ਤੇ ਉਹੀ ਪਰਿਵਾਰ ਦੇ ਜਿਹੜੇ ਪ੍ਰਮੁੱਖ ਸੀ ਮੂਹਰੇ ਨਜ਼ਰ ਆਉਂਦੇ ਸੀ, ਲੇਕਿਨ ਜਦੋਂ ਮੁਸ਼ਕਲ ਆਈ ਅੱਜ ਪੁਰਾਣੀ ਲੀਡਰਸ਼ਿਪ ਮੂਹਰੇ ਕੀਤੀ ਆ। ਤੁਹਾਨੂੰ ਲੱਗਦਾ ਹੈ ਕਿ ਹਾਲਾਤ ਘੁੰਮ ਘੁਮਾ ਕੇ ਉੱਥੇ ਹੀ ਆ ਰਹੇ ਆ? ਕਦੇ ਅੰਮ੍ਰਿਤਸਰੋਂ ਚੱਲਦੇ ਇਹਨਾਂ ਦੇ ਦਫ਼ਤਰ ਜਾਂ ਅਕਾਲੀ ਦਲ ਦੀ ਜਿੰਨੀ ਇਤਿਹਾਸ ਸੀਗਾ, ਅੱਜ ਹੌਲੀ ਹੌਲੀ ਸਿਮਟ ਕੇ ਕੁਝ ਪਰਿਵਾਰ ਤੱਕ ਸੀਮਤ ਰਹਿ ਗਿਆ। ਉਹਦਾ ਖਮਿਆਜਾ ਹੁਣ ਭੁਗਤਣਾ ਪੈ ਰਿਹਾ। ਸਿੱਖਾਂ ਦੀ ਇੱਕ ਪੂਰੀ ਜਮਾਤ ਸ਼੍ਰੋਮਣੀ ਅਕਾਲੀ ਦਲ ਇੱਕ ਸੀਮਤ ਜਗ੍ਹਾ ਤੱਕ ਸਿਮਟ ਕੇ ਰਹਿ ਗਈ। ਇਹਦੇ ਤੇ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜੇ ਤੁਸੀਂ ਦੇਖੋ ਹੁਣ ਤਾਈਂ ਜੇ ਟੈਲੀਵਿਜ਼ਨ ਤੇ ਆ ਕੇ ਅਕਾਲੀ ਦਲ ਬਾਰੇ ਕੋਈ ਗੱਲ ਕਰਦੇ ਸੀ ਤਾਂ ਬਾਦਲ ਪਰਿਵਾਰ ਦੇ ਬੰਦੇ ਹੀ ਕਰਦੇ ਹੈ, ਉਹੀ ਆਮਣੇ ਸਾਹਮਣੇ ਆਉਂਦੇ ਕੈਮਰੇ ਦੇ। ਕੋਈ ਇਹੋ ਜਿਹਾ ਸਪੋਕਸਮੈਨ ਨਹੀਂ ਨਜ਼ਰ ਆਇਆ। ਕਦੇ ਕਦੇ ਜਿਹੜੇ ਪੁਰਾਣੇ ਬਾਦਲ ਸਾਹਿਬ ਦੇ ਪ੍ਰੈਸ 'ਚ ਨਾਲ ਕੰਮ ਕਰਦੇ ਸੀ ਉਹ ਆ ਜਾਂਦੇ ਨੇ, ਪਰ ਆਮ ਤੌਰ ਤੇ ਤਾਂ ਇਹ ਖੁਦ ਹੀ ਜਾਂ ਇਹਨਾਂ ਦੀ ਫੈਮਿਲੀ ਅੱਗੇ ਆਉਂਦੇ ਨੇ। ਤਾਂ ਇਸ ਕਰਕੇ ਉਹ ਜਿਹੜੀ ਅਕਾਲੀ ਦਲ ਦੀ ਇੱਕ ਵਿਰਾਸਤ ਸੀ ਉਹਨੂੰ ਘੱਟ ਕਰਦੇ 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 ਤੁਸੀਂ ਬਾਦਲ ਪਰਿਵਾਰ ਤਾਂ ਹੀ ਰੱਖ ਲਿਆ। ਉਹ ਹੁਣ ਜਦ ਬਾਦਲ ਉਹਦੇ 'ਚ ਫਰਕ ਇਹ ਪੈਂਦਾ ਹੈ ਕਿ ਫਿਰ ਜੇ ਤੁਸੀਂ ਬਾਦਲ ਪਰਿਵਾਰ ਤਾਂ ਹੀ ਸੀਮਤ ਕਰ ਲਓ ਔਰ ਬਾਦਲ ਪਰਿਵਾਰ ਘਿਰ ਜਾਏ ਐਸੇ ਤੁਹਾਡੇ ਤੇ ਇਲਜ਼ਾਮ ਲੱਗਣ, ਫਿਰ ਪੂਰੀ ਪਾਰਟੀ ਤੇ ਇਲਜ਼ਾਮ ਲੱਗਦੇ ਹੈ। ਪਾਰਟੀ ਤਾਂ ਵੱਡੀ ਹੋਣੀ ਚਾਹੀਦੀ ਹੈ ਨਾ ਬੰਦਿਆਂ ਨਾਲੋਂ, ਉਹਦੇ ਨੇਤਾ ਨਾਲੋਂ ਪਾਰਟੀ ਵੱਡੀ ਹੋਣੀ ਚਾਹੀਦੀ ਹੈ। ਇੱਕ ਨੇਤਾ ਤੇ ਇਲਜ਼ਾਮ ਲੱਗੇ, ਨੇਤਾ ਪਾਸੇ ਹਟ ਜਾਏ, ਤੇ ਕਮ ਸੇ ਕਮ ਪਾਰਟੀ ਤਾਂ ਚੱਲਦੀ ਰਹੇ। ਲੇਕਿਨ ਉਹ ਗੱਲ ਇਹ ਹੋ ਗਈ ਹੈ ਕਿ ਪਾਰਟੀ ਤੇ ਨੇਤਾ ਦੇ ਵਿੱਚ ਕੋਈ ਅੰਤਰ ਨਹੀਂ ਹੈ। ਜੇ ਨੇਤਾ ਤੇ ਛਿੱਟੇ ਪੈਣਗੇ ਤਾਂ ਪਾਰਟੀ ਤੇ ਵੀ ਪੈ ਗਏ। ਤਾਂ ਇਸੇ ਕਰਕੇ ਬਾਦਲ ਅਕਾਲੀ ਦਲ ਦਾ ਆਹ ਹਾਲ ਹੋਇਆ ਜਿਹੜਾ ਹੁਣ ਇਸ ਵੇਲੇ ਹੋ ਰਿਹਾ। ਔਰ ਇਹ ਕੁਸ਼ਤੀ ਚੱਲਦੀ ਰਹਿਣੀ ਹੈ, ਇਹ ਚੱਲਦੀ ਰਹਿਣੀ ਹੈ। 8 ਮਹੀਨੇ ਬਚੇ ਇਲੈਕਸ਼ਨ ਦੇ। ਜੀ ਅੱਛਾ ਸਰਦਾਰ ਸਾਹਿਬ, ਮੈਂ ਇਹ ਹੁਣ ਜ਼ਰੂਰ ਜਾਣਨਾ ਚਾਹੁੰਦਾ ਹੈ ਕਿ ਅੱਜ ਕਿਉਂਕਿ ਕਿਸਾਨਾਂ ਨੇ ਦੋਨੇ ਪਾਸਿਓਂ, ਉਧਰੋਂ ਮੋਹਾਲੀ ਵਾਲੀ ਸਾਈਡ ਤੋਂ ਗੁਰਦੁਆਰਾ ਅੰਬ ਸਾਹਿਬ ਤੋਂ ਔਰ ਉਧਰੋਂ ਪੰਚਕੂਲਾ ਤੋਂ ਗੁਰਦੁਆਰਾ ਨਾਢਾ ਸਾਹਿਬ ਤੋਂ ਕੂਚ ਕੀਤਾ ਦੋਨਾਂ ਰਾਜ ਭਵਨਾਂ ਵੱਲ। ਰਾਜ ਭਵਨ ਦੇ ਵਿੱਚ ਉਹਨਾਂ ਨੇ ਆਪਣਾ ਮੰਗ ਪੱਤਰ ਦੇਣਾ ਸੀਗਾ ਕਿਉਂਕਿ 7 ਮਹੀਨੇ ਦਿੱਲੀ 'ਚ ਹੋ ਗਏ, ਮੁੱਦੇ ਜਿਉਂ ਦੇ ਤਿਉਂ ਆ, ਕਿਸੇ ਨੇ ਐਡਰੈਸ ਨਹੀਂ ਕੀਤੇ।
ਮੋਦੀ ਕੋਲ ਜਾਂ ਉਹਨਾਂ ਦੀ ਗਵਰਨਮੈਂਟ ਦੇ ਆਲਾ ਲੋਕਾਂ ਕੋਲ ਫੁਰਸਤ ਹੀ ਹੈ ਨਹੀਂ। ਉਹ ਕਦੇ ਕਦਾਈ ਕੋਈ ਸਟੇਟਮੈਂਟ ਦੇ ਛੱਡਦੇ ਆ ਕਿ ਅਸੀਂ ਗੱਲ ਕਰਨ ਨੂੰ ਤਿਆਰ ਆ, ਪਰ ਬਾਸ਼ਰਤ ਬੇਸ਼ਰਤ ਨਹੀਂ। ਹੁਣ ਜਦੋਂ ਮੈਂ ਤੁਹਾਨੂੰ ਦੇਖਿਆ, ਤੁਸੀਂ ਪਿਛਲੀ ਵਾਰੀ ਜਿਹੜੀ ਇੱਕ ਨੈਸ਼ਨਲ ਪੱਧਰ ਦੀ ਰਾਜਨੀਤੀ ਨਵੀਂ ਆ ਰਹੀ ਸੀ ਹੋਂਦ 'ਚ, ਉਹਦੇ ਵਿੱਚ ਤੁਹਾਡੀ ਹਾਜ਼ਰੀ ਔਰ ਤੁਹਾਡੀ ਹਾਜ਼ਰੀ ਦੇ ਨਾਲ ਨਾਲ ਉੱਥੇ ਕਿਸਾਨੀ ਦੀ ਗੱਲ ਹੋਣਾ, ਔਰ ਬੀਤੇ ਕੱਲ ਸ਼ਰਦ ਪਵਾਰ ਵੱਲੋਂ ਇਹ ਸਟੈਂਡ ਲਿਆ ਜਾਣਾ ਕਿ ਅਸੀਂ ਕੋਈ ਤੀਜੇ ਫਰੰਟ ਦੀ ਰਾਜਨੀਤੀ ਨਹੀਂ ਸੀ ਕਰ ਰਹੇ, ਅਸੀਂ ਤੇ ਕਿਸਾਨੀ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਫਿਰ ਸ਼ਰਦ ਪਵਾਰ ਨਾਲ 3 ਵਾਰੀ ਉੱਤੋਂ ਥੱਲੇ ਲਗਾਤਾਰ ਪ੍ਰਸ਼ਾਂਤ ਕਿਸ਼ੋਰ ਜਿਹੜੇ ਕਿ ਰਣਨੀਤੀਕਾਰ ਨੇ ਇਲੈਕਸ਼ਨਸ ਦੇ, ਉਹਨਾਂ ਦਾ ਮਿਲਣਾ। ਸੋ ਇਹ ਸਾਰੀ ਪ੍ਰਕਿਰਿਆ ਜਿਹਦੇ ਵਿੱਚ ਕਈ ਕੁਝ ਸ਼ਾਮਲ ਹੋ ਗਿਆ, ਉਹਦੇ ਵਿੱਚ ਕਿਸਾਨੀ ਮੁੱਦਾ ਪ੍ਰਮੁੱਖਤਾ ਨਾਲ ਆ ਗਿਆ। ਹੁਣ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਨੈਸ਼ਨਲ ਰਾਜਨੀਤੀ ਵਿੱਚ ਕਿਸਾਨੀ ਮੁੱਦਾ ਕਿਵੇਂ ਐਡਰੈਸ ਕੀਤਾ ਜਾਊਗਾ, ਔਰ ਤੁਹਾਡੀ ਜਿਹੜੀ ਅੰਦਰ ਗੱਲ ਹੋਈ ਆ ਤੇ ਉਸ ਤੋਂ ਬਾਅਦ ਬਣੀ ਰਣਨੀਤੀ ਅਗਲੇ ਦਿਨਾਂ ਦੇ ਵਿੱਚ ਕਿਸਾਨੀ ਨੂੰ ਜਾਂ ਕਿਸਾਨੀ ਮਸਲਿਆਂ ਨੂੰ, ਕਿਸਾਨੀ ਲੀਡਰਸ਼ਿਪ ਨੂੰ ਕੋਈ ਫਾਇਦਾ ਹੋਊਗਾ? ਇਹ ਮਸਲੇ ਸਰਕਾਰ ਤੇ ਪ੍ਰੈਸ਼ਰ ਬਣਾਉਣ ਲਈ ਤੁਸੀਂ ਕੋਈ ਨਵੇਂ ਤਰੀਕੇ ਦਾ ਤਰੀਕਾ ਲੱਭਿਆ? ਦੇਖੋ, ਮੈਂ ਅੱਗੇ ਵੀ ਤੁਹਾਡੇ ਪ੍ਰੋਗਰਾਮ ਤੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਸਿਰਫ ਪੰਜਾਬ ਤਾਈਂ ਜਾਂ ਕਿਸਾਨਾਂ ਜਿਹੜੇ ਯੂਪੀ ਔਰ ਹਰਿਆਣੇ 'ਚ ਬੈਠੇ ਉੱਥੇ ਤਾਈਂ ਸੀਮਤ ਨਹੀਂ ਰੱਖ ਸਕਦੇ। ਇਹਨੂੰ ਜੋੜਨਾ ਪਏਗਾ ਆਪੋਜੀਸ਼ਨ ਦੀਆਂ ਵੱਡੀਆਂ ਪਾਰਟੀਆਂ ਨਾਲ, ਤਾਂ ਕਿ ਉਹ ਵੀ ਤੁਹਾਡੇ ਨਾਲ ਚੱਲਣ, ਤਾਂ ਜਿਹੜੀ ਸਰਕਾਰ ਹੈਗੀ ਦਿੱਲੀ 'ਚ ਉਹਦੇ ਤੇ ਅਸਰ ਪਏਗਾ, ਪ੍ਰੈਸ਼ਰ ਪਏਗਾ। ਉਹ ਪ੍ਰੈਸ਼ਰ ਵੱਧ ਗਿਆ ਕਿਉਂਕਿ ਯੂਪੀ 'ਚ ਵੀ ਇਲੈਕਸ਼ਨ ਹੈ, ਪੰਜਾਬ 'ਚ ਵੀ ਇਲੈਕਸ਼ਨ ਹੈ। ਪਿਛਲੇ ਬੁੱਧਵਾਰ ਨੂੰ ਜਦ ਸ਼ਰਦ ਪਵਾਰ ਜੀ ਦੇ ਘਰ ਇਹ ਮੀਟਿੰਗ ਹੋਈ, ਸਾਡਾ ਰਾਸ਼ਟਰ ਮੰਚ ਜਿਹੜਾ 2018 'ਚ ਯਸ਼ਵੰਤ ਸਿਨਹਾ ਜੀ ਨੂੰ ਕਹਿ ਕੇ ਬਣਵਾਇਆ ਸੀਗਾ, ਤੇ ਉਸ ਦਾ ਕਿਉਂਕਿ ਉਹ ਇਸ ਵੇਲੇ TMC ਦੇ ਮੈਂਬਰ ਨੇ, ਵਾਈਸ ਪ੍ਰੈਜ਼ੀਡੈਂਟ ਨੇ, ਤਾਂ ਉਹ ਮੀਡੀਆ ਨੇ ਇਹਨੂੰ, ਪ੍ਰੈਸ ਨੇ ਹੋਰ ਤਰੀਕੇ ਨਾਲ ਲਿਆ। ਉਹਨਾਂ ਨੇ ਕਿਹਾ ਕਿ ਜੇ TMC ਦੇ ਐਡੇ ਸੀਨੀਅਰ ਨੇਤਾ ਉਹ ਆ ਕੇ ਸ਼ਰਦ ਪਵਾਰ ਦੇ ਘਰ ਇਹ ਮੀਟਿੰਗ ਚੱਲ ਰਹੀ ਹੈ ਔਰ ਦੋਨੋਂ ਉਹਦੀ ਨੁਮਾਇੰਦਗੀ ਕਰ ਰਹੇ ਹੈ, ਔਰ ਰਾਸ਼ਟਰ ਮੰਚ ਦੇ ਮੈਂਬਰਾਂ ਤੋਂ ਇਲਾਵਾ ਵੀ ਕੁਝ ਹੋਰ ਐਕਸਟਰਾ CPI CPM ਦੇ ਬੰਦੇ ਸੀ ਜਿਹੜੇ ਸਾਡੇ ਰਾਸ਼ਟਰ ਮੰਚ ਦੇ ਵਿੱਚ ਨਹੀਂ ਹੁੰਦੇ ਸੀ, ਔਰ ਉਹ ਜੁੜੇ ਹੋਏ ਨੇ ਇਹਦੇ ਨਾਲ। ਤਾਂ ਉੱਥੇ ਗੱਲ ਇਹ ਹੋਈ ਕਿ ਇਹ ਜਿਹੜੀ ਹੈਗੀ ਹੈ, ਇਹ ਪੋਲੀਟੀਕਲ ਪਾਰਟੀ ਨਹੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ, ਲੇਕਿਨ ਸਿਆਸੀ ਮੁੱਦਿਆਂ ਨੂੰ ਉਠਾਓ। ਉਹ ਮੁੱਦੇ ਐਸੇ ਉਠਾਓ ਜਿਹੜੇ ਕਿ ਆਪੋਜੀਸ਼ਨ ਨੂੰ ਉਠਾਣੇ ਚਾਹੀਦੇ। ਜੇ ਆਪੋਜੀਸ਼ਨ ਨਹੀਂ ਉਠਾ ਰਹੀ, ਆਪੋਜੀਸ਼ਨ ਇਕੱਠੇ ਹੋ ਕੇ ਨਹੀਂ ਉਠਾਉਂਦੀ, ਤੁਹਾਨੂੰ ਆਵਾਜ਼ ਹੈਦਰਾਬਾਦ, 2 ਗਵਰਨਮੈਂਟਾਂ ਹੈਦਰਾਬਾਦ ਦੇ ਵਿੱਚ, ਉਹਨਾਂ ਦੀ ਆਵਾਜ਼ ਨਹੀਂ ਸੁਣਾਈ ਦਿੰਦੀ। ਉੜੀਸਾ ਦੇ ਚੀਫ ਮਿਨਿਸਟਰ ਨੇ, ਉਹ ਸ਼ਾਂਤ ਰਹਿੰਦੇ ਨੇ, ਮੈਂ ਕਿਉਂ ਵਿਗਾੜ ਕੇ ਚੱਲਾਂ ਕੇਂਦਰ ਸਰਕਾਰ ਨਾਲ। ਸਿਰਫ ਮਮਤਾ ਜੀ ਨੇ ਆਪਣੇ ਸਿੰਘ ਫਸਾਏ ਇਹਨਾਂ ਦੇ ਨਾਲ। ਸੋ ਸ਼ਰਦ ਪਵਾਰ ਦਾ ਆਣਾ ਬੜਾ ਮਹੱਤਵਪੂਰਨ ਸੀ। ਉੱਥੇ ਮੈਂ ਸ਼ੁਰੂਆਤ ਕੀਤੀ ਇਸ ਗੱਲ ਦੀ, ਜਦੋਂ ਮੁੱਦੇ ਹੋਰ ਕਈ ਉਠਾਏ ਜਾ ਰਹੇ ਸੀ ਕਿ ਕਿੱਧਰ ਜਾਊਗਾ ਰਾਸ਼ਟਰ ਮੰਚ, ਤੇ ਮੈਂ ਕਿਹਾ ਜੀ ਦੇਖੋ, ਮੋਟੀ ਗੱਲ ਹੈ, ਆਪਾਂ 2024 ਦੀ ਗੱਲ ਕਰ ਰਹੇ ਹਾਂ, ਇਹ ਤਾਂ 2022 ਚ ਹੀ ਫੈਸਲਾ ਹੋ ਜਾਣਾ ਹੈ, ਕਿਉਂਕਿ ਸੈਮੀਫਾਈਨਲ ਹੈ ਯੂਪੀ ਦੀ ਇਲੈਕਸ਼ਨ, ਔਰ ਕਿਸਾਨ ਦਿੱਲੀ ਦੀ ਸਰਹੱਦ ਤੇ ਬੈਠੇ ਨੇ, ਯੂਪੀ ਦੀ ਸਰਹੱਦ ਤੇ ਹਰਿਆਣੇ ਦੀ ਸਰਹੱਦ ਤੇ, ਔਰ ਇਹਨਾਂ ਦੇ ਵੱਲ ਥੋੜਾ ਜਿਹਾ ਧਿਆਨ ਦਿਓ। ਮੈਂ ਸ਼ਰਦ ਪਵਾਰ ਜੀ ਨੂੰ ਕਿਹਾ, ਤੁਸੀਂ ਤਾਂ ਵੱਡੇ ਐਗਰੀਕਲਚਰ ਮਿਨਿਸਟਰ ਰਹੇ ਹੋ, ਔਰ ਕਿਸਾਨਾਂ ਦੇ ਮੁੱਦੇ ਤੇ ਤੁਸੀਂ ਲੀਡਰ ਹੋ ਕੋਆਪਰੇਟਿਵ ਮੂਵਮੈਂਟ ਦੇ ਮਹਾਰਾਸ਼ਟਰ 'ਚ, ਤੇ ਇਸ ਤੇ ਤੁਹਾਨੂੰ ਪਹਿਲ ਕਰਨੀ ਚਾਹੀਦੀ ਹੈ। ਉੱਥੋਂ ਦੇ ਕਿਸਾਨਾਂ ਦੀ ਆਵਾਜ਼ ਵੀ ਤੁਸੀਂ ਇੱਥੇ ਕੇਂਦਰ ਤਾਈਂ ਲੈ ਕੇ ਔਰ ਇਹਨਾਂ ਦੇ ਨਾਲ ਜੋੜੋ। ਮੇਰੇ ਬਾਅਦ ਜੰਤ ਸਿੰਘ ਜੀ ਸੀਗੇ ਉੱਥੇ RLD ਦੇ ਪ੍ਰੈਜ਼ੀਡੈਂਟ, ਤੇ ਉਹਨਾਂ ਨੇ ਵੀ ਫਿਰ ਕਿਹਾ, ਉਹਨਾਂ ਕਿਹਾ ਜੀ ਮੈਂ ਬਿਲਕੁਲ ਸਹਿਮਤ ਹਾਂ ਇਹਨਾਂ ਦੇ ਨਾਲ ਕਿ ਕਿਸਾਨਾਂ ਦੇ ਮੁੱਦੇ ਤੇ ਰਾਸ਼ਟਰ ਮੰਚ ਨੂੰ ਅੱਗੇ ਵਧਣਾ ਚਾਹੀਦਾ ਹੈ। ਫਿਰ ਕੱਲ ਇੱਕ ਛੋਟੀ ਮੀਟਿੰਗ, ਫੋਲੋ ਅਪ ਮੀਟਿੰਗ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਆ ਜੀ, ਅਸੀਂ 5-6 ਬੰਦੇ ਸੀ ਜਸਟਿਸ ਸ਼ਾਹ ਦੇ ਘਰ, ਜਿਹੜੇ ਚੀਫ ਜਸਟਿਸ ਰਿਟਾਇਰ ਹੋਏ ਨੇ ਦਿੱਲੀ ਦੇ, ਤੇ ਉੱਥੇ ਜੰਤ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੀ ਗੱਲ ਕੁਝ ਨੇਤਾ ਨਾਲ, ਕਿਸਾਨ ਨੇਤਾ ਦੇ ਨਾਲ ਹੋਈ ਹੈ, ਔਰ ਉਹਨਾਂ ਨੇ ਕਿਹਾ ਦੇਖੋ, ਅਸੀਂ ਸਿਆਸੀ ਸਾਡੇ 'ਚ 1-2 ਬੰਦੇ ਹੈਗੇ ਜਿਹੜੇ ਸਿਆਸੀ ਪਾਰਟੀਆਂ ਤੋਂ ਨੇ, ਲੇਕਿਨ ਰਾਸ਼ਟਰ ਮੰਚ ਸਿਆਸੀ ਮੁੱਦੇ ਡਿਸਕਸ ਕਰਦਾ, ਲੇਕਿਨ ਸਿਆਸੀ ਪਾਰਟੀ ਨਹੀਂ ਹੈ, ਤੇ ਅਸੀਂ ਆ ਕੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਤੇ ਉਹਨਾਂ ਨੂੰ ਜਿਹੜਾ ਸ਼ੁਰੂ 'ਚ ਉਹਨਾਂ ਨੂੰ ਲੱਗਿਆ ਕਿ ਕਿਸਾਨ ਇਸ ਗੱਲ ਨੂੰ ਸ਼ਾਇਦ ਮੰਨਣ ਨੂੰ ਤਿਆਰ ਹੋਣ। ਸੋ ਅਸੀਂ ਇੰਤਜ਼ਾਰ ਕਰ ਰਹੇ ਹਾਂ, ਜੋ ਮੰਨ ਜਾਂਦੇ ਆ ਫਿਰ ਜਾ ਕੇ ਰਾਸ਼ਟਰ ਮੰਚ ਨੂੰ ਲੈ ਕੇ ਜਾਵਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਤਾਂ ਕਿ ਉਹਨਾਂ ਦੇ ਮੁੱਦਿਆਂ ਨੂੰ ਰਾਸ਼ਟਰ ਸਤਰ ਤੇ ਅਸੀਂ ਉੱਤੇ ਚੱਕ ਸਕੀਏ। ਕਿਉਂਕਿ ਜਦ ਤੱਕ ਇਹ ਨਹੀਂ ਲੱਗਦਾ ਕਿ ਰਾਸ਼ਟਰ ਸਤਰ ਤੇ ਵੱਡੇ ਵੱਡੇ ਲੀਡਰਾਂ ਨੇ ਇਹ ਮੁੱਦੇ ਕਿਸਾਨਾਂ ਦੇ ਲੈ ਲਏ, ਤਾਂ ਉਹ ਵਿਚਾਰੇ ਆਪ ਹੀ ਖੈਬੜੀ ਜਾ ਰਹੇ ਹੈ ਉਸ ਲੈਵਲ ਤਾਈਂ। ਸਰਕਾਰਾਂ ਵੀ ਜਿਹੜੀਆਂ ਹੈਗੀਆਂ, ਹਰਿਆਣੇ ਸਰਕਾਰ BJP ਦੀ ਹੈ, ਪੰਜਾਬ ਦੀ ਸਰਕਾਰ ਅੰਦਰੂਨੀ ਮਾਮਲਿਆਂ 'ਚ ਗੁੱਥਮ ਗੁੱਥੀ ਹੋਈ ਹੈ, ਤਾਂ ਇਸ ਕਰਕੇ ਉਹਨਾਂ ਨੂੰ ਤਾਕਤ ਕਿੱਥੋਂ ਮਿਲੇਗੀ? ਯੂਪੀ ਦੇ ਵਿੱਚ ਸਰਕਾਰ ਫਿਰ BJP ਦੀ ਹੈ। ਇਹ ਜੇ ਆਪੋਜੀਸ਼ਨ ਦੇ ਜਿਹੜੇ ਵੱਡੇ ਲੀਡਰ ਹੈ, ਉਹ ਜੇ ਇਸ ਮੁੱਦੇ ਨੂੰ ਉਠਾਉਂਦੇ, ਜਿਵੇਂ ਮੈਂ ਬੜਾ ਖੁਸ਼ ਹਾਂ ਕਿ ਸ਼ਰਦ ਪਵਾਰ ਜੀ ਨੇ ਉਠਾ ਲਿਆ, ਔਰ ਉਹ ਬੜਾ ਮਹੱਤਵਪੂਰਨ ਹੈ ਉਹਨਾਂ ਦਾ ਉਠਾਣਾ,
ਕਿਉਂਕਿ ਮਹਾਰਾਸ਼ਟਰ ਚੋਂ ਜਦ ਆਵਾਜ਼ ਉੱਠਦੀ ਹੈ ਫਿਰ ਵਿੱਚ ਮੱਧ ਪ੍ਰਦੇਸ਼ ਤੇ ਹੋਰ ਦੂਜੇ ਆਸ-ਪਾਸ ਵਾਲੇ ਇਲਾਕੇ ਜੁੜ ਜਾਂਦੇ ਨੇ। ਇਹਨੂੰ ਅੱਗੇ ਲੈ ਕੇ ਜਾਵਾਂਗੇ। ਇੱਕ ਦੋ ਮੁੱਦੇ ਹੋਰ ਨੇ ਜਿਹਦੇ ਤੇ ਰਾਸ਼ਟਰਮੰਚ ਅੱਗੇ ਚੱਲੇਗਾ, ਉਹ ਹੈ ਫੈਡਰਲਿਜ਼ਮ। ਜਿਵੇਂ ਜਿਵੇਂ ਜਿਹੜੇ ਸਾਡੇ ਸਟੇਟਾਂ ਹੈਗੀਆਂ ਤੇ ਸੂਬੇ ਹੈਗੇ, ਇਹਨਾਂ ਦੀਆਂ ਕਿਵੇਂ ਪਾਵਰ ਤੇ ਇਹਨਾਂ ਦੀ ਸ਼ਕਤੀਆਂ ਨੂੰ ਕਿਵੇਂ ਕੱਟਿਆ ਜਾ ਰਿਹਾ, ਸੈਂਟਰ ਇਹਨੂੰ ਖਿੱਚੀ ਜਾ ਰਹੀ ਹੈ। ਭਾਵੇਂ ਟੈਕਸਾਂ ਦੀ ਗੱਲ ਹੋਵੇ, GST ਇਕੱਠੀ ਕਰਨ ਦੀ ਹੋਵੇ, ਇਨਵੈਸਟੀਗੇਸ਼ਨਾਂ ਹੋਣ, ਝੱਟ ਦੇ ਕੇ ਦਿੱਲੀੋਂ ਭੇਜ ਦਿਓ ਤੁਸੀਂ, ਬੰਦਿਆਂ ਨੂੰ ਚੱਕ ਲਓ, ਕਹੋ ਜੀ ਅਸੀਂ ਇਨਕੁਆਇਰੀਆਂ ਕਰਨੀਆਂ ਹੈ। ਤਾਂ ਇਸ ਕਰਕੇ ਜਿਸ ਤਰੀਕੇ ਨਾਲ ਤਾਕਤ ਕੇਂਦਰ ਵਿੱਚ ਇਕੱਠੀ ਕੀਤੀ ਜਾ ਰਹੀ ਹੈ ਔਰ ਸੂਬਿਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ, ਇਹ ਮੁੱਦਾ ਵੀ ਲੈ ਕੇ ਆਵਾਂਗੇ, ਕਿਉਂਕਿ ਇਹਦੇ ਬਿਨਾ ਹਿੰਦੁਸਤਾਨ ਨਹੀਂ ਚੱਲ ਸਕਦਾ। ਔਰ ਇਸ ਮੁੱਦੇ ਤੇ ਸਾਰੇ ਆਪੋਜੀਸ਼ਨ ਦੇ ਜਿਹੜੇ ਚੀਫ ਮਿਨਿਸਟਰ ਉਹ ਕਿਉਂ ਨਹੀਂ ਬੋਲਣਗੇ, ਕਿਉਂ ਨਹੀਂ ਇਹਦੇ ਚ ਤੁਹਾਡੇ ਨਾਲ ਸਾਂਝ ਕਰਨਗੇ, ਕਿਉਂਕਿ ਇਹ ਸਾਰਿਆਂ ਤੇ ਅਸਰ ਪੈ ਰਿਹਾ ਇਹਦਾ। ਕੱਲਾ ਮਮਤਾ ਜੀ ਤੇ ਨਹੀਂ ਹੈ, ਕੱਲਾ ਪੰਜਾਬ ਤੇ ਨਹੀਂ ਹੈ, ਸਾਰੇ ਸੂਬਿਆਂ ਤੇ ਅਸਰ ਹੈ ਇਹਦਾ। ਸੋ ਇਸ ਕਰਕੇ ਇਹ ਮੁੱਦੇ ਵੀ ਆਣਗੇ, ਲੇਕਿਨ ਸਾਰਿਆਂ ਤੋਂ ਅੱਗੇ ਹੈਗਾ ਕਿਸਾਨਾਂ ਦਾ ਮੁੱਦਾ, ਔਰ ਇਹਨੂੰ ਅਸੀਂ ਉਠਾਉਂਦੇ ਰਹਾਂਗੇ। ਸਰਦਾਰ ਸਾਹਿਬ, ਕਿਉਂਕਿ ਸ਼ਰਦ ਪਵਾਰ ਇੱਕ ਪਰਸਨੈਲਿਟੀ ਕਲਟ ਨੇ, ਇੱਕ ਵੱਡਾ ਚਿਹਰਾ ਨੇ, ਦੇਸ਼ ਦੀ ਰਾਜਨੀਤੀ 'ਚ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ, ਲੇਕਿਨ ਉਹ ਵਿਰੋਧ ਦੀ ਰਾਜਨੀਤੀ ਨਾਲੋਂ ਜਿਹੜਾ ਸਮਝੌਤੇ ਦੀ ਰਾਜਨੀਤੀ ਲਈ ਜ਼ਿਆਦਾ ਜਾਣੇ ਜਾਂਦੇ ਆ। ਸ਼ਰਦ ਪਵਾਰ ਜਦੋਂ ਨਰਿੰਦਰ ਮੋਦੀ ਨਾਲ ਟਕਰਾਅ ਦੇ ਵਿੱਚ ਕਿਸਾਨੀ ਮੁੱਦਿਆਂ ਤੇ ਜਾਣਗੇ, ਉਹਦੇ ਨਾਲੋਂ ਮੈਨੂੰ ਲੱਗਦਾ ਜ਼ਿਆਦਾ ਮੀਨਿੰਗਫੁਲ ਤੇ ਜ਼ਿਆਦਾ ਹੈਲਪਫੁਲ ਹੋ ਸਕਦਾ ਜੇਕਰ, ਕਿਉਂਕਿ ਮਹਾਰਾਸ਼ਟਰ ਦੀ ਰਾਜਨੀਤੀ ਅਜੇ ਵੀ ਖੁੱਲੀ ਹੋਈ ਆ, ਅਜੇ ਵੀ ਉਹਦੇ ਵਿੱਚ ਕੀ ਰੋਲ 'ਚ ਨੇ ਸ਼ਰਦ ਪਵਾਰ, ਅਜੇ ਵੀ ਗਾਹੇ ਬਗਾਹੇ ਗੱਲ ਹੁੰਦੀ ਰਹਿੰਦੀ ਆ ਕਿ ਉਹਨਾਂ ਦੀ ਅਮਿਤ ਸ਼ਾਹ ਨਾਲ ਮਿਲਣੀ ਹੋਗੀ, ਨਰਿੰਦਰ ਮੋਦੀ ਨਾਲ ਗੱਲ ਹੋਗੀ, ਅਜੇ ਵੀ ਬੀਜੇਪੀ ਉਹਨਾਂ ਨਾਲ ਵਿਗਾੜਨਾ ਨਹੀਂ ਚਾਹੁੰਦੀ। ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਸ਼ਰਦ ਪਵਾਰ ਇੱਕ ਵੱਡਾ ਹਿੱਸਾ ਤੇ ਧਿਰ ਨੇ। ਮੈਨੂੰ ਲੱਗਦਾ ਹੈ ਕਿ ਸ਼ਰਦ ਪਵਾਰ ਦੀ ਗੱਲ ਦਾ ਵਜਨ ਹੈ, ਜੇਕਰ ਉਹ ਟਕਰਾਅ ਦੀ ਰਾਜਨੀਤੀ ਨਾਲੋਂ ਸਮਝੌਤੇ ਦੀ ਰਾਜਨੀਤੀ 'ਚ ਪੈਣ, ਕਿਸਾਨਾਂ ਔਰ ਮੋਦੀ ਗਵਰਨਮੈਂਟ ਦੇ ਦਰਮਿਆਨ 'ਚ ਪੁਲ ਦਾ ਕੰਮ ਕਰਨ, ਮੋਦੀ ਗਵਰਨਮੈਂਟ ਨੂੰ ਮਨਾਉਣ 'ਚ ਕਾਮਯਾਬ ਹੋ ਸਕਣ ਕਿ ਕਿਸਾਨੀ ਮਸਲਿਆਂ ਨੂੰ ਠੀਕ ਐਡਰੈਸ ਕਰ ਲੋ, ਉਹ ਵੀ ਇੱਕ ਪਹਿਲੂ ਹੋ ਸਕਦਾ, ਬਜਾਏ ਇਹਦੇ ਕਿ ਰਾਸ਼ਟਰ ਪੱਧਰ ਦੀ ਰਾਜਨੀਤੀ 'ਚ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਹਿੱਤ ਵਿੱਚ ਵਿਰੋਧ ਵਰਗੀ ਕੋਈ ਗੱਲ ਜਾਂ ਕੋਈ ਉਹਨਾਂ ਦੇ ਖਿਲਾਫ ਮੁਹਿੰਮ ਵਿੱਢਣ ਨਾਲੋਂ ਚੰਗਾ ਹੋਵੇ ਜੇਕਰ ਉਹ ਡਰਾਇੰਗ ਰੂਮ ਪੋਲਿਟਿਕਸ ਵਿੱਚ ਇਹ ਮਸਲੇ ਹੱਲ ਕਰਵਾ ਦੇਣ। ਕਦੇ ਇਦਾਂ ਵੀ ਗੱਲ ਚੱਲ ਸਕਦੀ ਜਾਂ ਚੱਲਣ ਦੀ ਉਮੀਦ ਹੈ? ਦੇਖੋ, ਇਹ ਤੁਹਾਡਾ ਅੰਦਾਜ਼ਾ ਠੀਕ ਹੈ। ਸ਼ਰਦ ਪਵਾਰ ਆਮ ਤੌਰ ਤੇ ਮੁਖਾਲਫਤ ਨਾਲ ਨਹੀਂ ਚੱਲਦੇ। ਉਹਨਾਂ ਦੀ ਜਿਹੜੀ ਰਾਜਨੀਤੀ ਹੁੰਦੀ ਹੈ ਉਹ ਬੜੀ ਸਭ ਨਾਲ ਬਣਾ ਕੇ, ਸਭ ਨਾਲ ਕਿਵੇਂ ਇਹਨੂੰ, ਪਰ ਲੇਕਿਨ ਉਹ ਕਈ ਵਾਰ ਜਿਵੇਂ ਉਹਨਾਂ ਨੇ ਅਗਾੜੀ ਕੋਲੀਸ਼ਨ ਬਣਾਈ ਹੈ ਮਹਾਰਾਸ਼ਟਰ 'ਚ, ਉਹ ਐਸਾ ਵੀ ਇੱਕਦਮ ਮੂਵ ਵੀ ਕਈ ਵਾਰ ਕਰ ਦਿੰਦੇ ਆ ਜਿਹਦੇ 'ਚ ਕਿ ਦੂਜੇ ਨੂੰ ਝਟਕਾ ਲੱਗੇ। ਸੋ ਇਸ ਕਰਕੇ ਉਹਨਾਂ ਨੇ ਬੀਜੇਪੀ ਨਾਲ ਆਪਣੀ ਚੈਨਲ ਵੀ ਖੁੱਲੀ ਰੱਖੀ ਹੋਈ ਹੈ, ਲੇਕਿਨ ਉਹ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਮੁੱਦਾ, ਉਹਨਾਂ ਨੇ 2-3 ਦਿਨ ਲਗਾਏ ਇਸ ਗੱਲ ਨੂੰ ਸੋਚਣ ਦੇ, ਲੇਕਿਨ ਇਹ ਗੱਲ ਮੇਰੇ ਖਿਆਲ ਉਹ ਵੀ ਸਮਝਦੇ ਨੇ ਕਿ ਕਿਸਾਨਾਂ ਦਾ ਮੁੱਦਾ ਐਸਾ ਮੁੱਦਾ ਹੈ ਜਿਹਨੂੰ ਚੱਕਣਾ ਪਏਗਾ, ਔਰ ਉਹ ਵੀ ਭਾਵੇਂ ਪੁਲ ਬਣ ਜਾਣ, ਕੋਈ ਵੀ ਪੁਲ ਬਣ ਜਾਏ, ਜੇ ਕਿਸਾਨਾਂ ਦੀ ਗੱਲ ਸੁਣ ਲੇ ਸਰਕਾਰ, ਮੋਦੀ ਜੀ ਸੁਣ ਲੈਣ, ਤਾਂ ਇਹਦੇ 'ਚ ਕੀ ਹਰਜ ਹੈ। ਸੋ ਸਾਡੀ ਤਾਂ ਕੋਸ਼ਿਸ਼ ਇਹੀ ਹੋਏਗੀ ਜ਼ਿਆਦਾ ਤੋਂ ਜ਼ਿਆਦਾ ਆਪੋਜੀਸ਼ਨ ਦੇ ਬੰਦਿਆਂ ਨਾਲ ਗੱਲ ਹੋਵੇ, ਤਾਂ ਕਿ ਪ੍ਰਧਾਨ ਮੰਤਰੀ ਨੂੰ ਲੱਗੇ ਜਿਹੜੇ ਉਹਨਾਂ ਨੇ ਪਹਿਲਾਂ ਸਮਝਿਆ ਸੀ ਸਿਰਫ ਪੰਜਾਬ ਦਾ ਮੁੱਦਾ ਹੈ, ਇਹ ਤਾਂ ਝੋਨੇ ਤੇ ਕਣਕ ਦਾ ਮੁੱਦਾ ਹੈ, ਫਿਰ ਕਿਹਾ ਚਲੋ ਥੋੜਾ ਜਿਹਾ ਹਰਿਆਣਾ ਦਾ ਹੋਣਾ ਹੈ, ਫਿਰ ਜਦ ਯੂਪੀ ਵਾਲੇ ਆ ਗਏ ਉਹਨਾਂ ਨੇ ਕਿਹਾ ਗੰਨਾ ਵੀ ਜੁੜ ਗਿਆ। ਉਹ ਕਰਦੇ ਕਰਦੇ ਜਦ ਵਧੀ ਜਾ ਰਿਹਾ ਹੈ, ਹੁਣ ਤੁਸੀਂ ਜੇ ਮੱਧ ਪ੍ਰਦੇਸ਼ ਵਰਗੀ ਜਗ੍ਹਾ 'ਚ ਕਹਿ ਰਹੇ ਹੋ ਜੀ ਇੱਥੇ ਕਣਕ ਬੀਜੋ, ਜਿਹੜੇ ਕਣਕ ਬੀਜ ਰਹੇ ਆ ਜਿਨ੍ਹਾਂ ਨੇ ਤੁਹਾਨੂੰ ਬਚਾਇਆ, ਜਾਂ ਤੁਸੀਂ ਬਾਹਰੋਂ ਕਣਕ ਮੰਗਾ ਉਦੋਂ ਹੱਥ ਜੋੜ ਬਾਹਰਲੇ ਦੇਸ਼ਾਂ ਦਾ PL 480 ਦੇ ਨੀਚੇ ਅਮਰੀਕਾ ਦੀ ਕਣਕ ਆਉਂਦੀ ਸੀ ਜੀ। ਔਰ ਜਦ ਪੰਜਾਬ ਨੇ ਇੱਕ ਰੋਲ ਅਦਾ ਕੀਤਾ, ਉਹ ਆਪਣੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਆ ਕੇ ਹਿੰਦੁਸਤਾਨ ਨੂੰ ਆਤਮ ਨਿਰਭਰ ਕਰਤਾ, ਤਾਂ ਕਿ ਤੁਹਾਨੂੰ ਕਿਸੇ ਕੋਲ ਝੋਲੀ ਫੈਲਾ ਕੇ ਨਾ ਜਾਣਾ ਪਵੇ। ਹੁਣ ਤੁਸੀਂ ਉਹ ਨਹੀਂ ਭਾਈ, ਤੁਹਾਡੀ ਲੋੜ ਨਹੀਂ ਹੈ, ਤੁਸੀਂ ਬਹੁਤ ਜ਼ਿਆਦਾ ਉਗਾ ਰਹੇ ਹੋ, ਇਹਦੀ ਸਾਨੂੰ ਲੋੜ ਨਹੀਂ, ਹੁਣ ਤੁਸੀਂ ਬਸ ਜਾਓ ਆਪਣੇ ਘਰ ਜਾਓ। ਇਹ ਤਾਂ ਕੋਈ ਸਿਆਸਤ ਨਹੀਂ ਹੈ, ਕੋਈ ਤਰੀਕਾ ਨਹੀਂ ਹੈ, ਕਿਉਂਕਿ ਇਹ ਕੋਈ ਬਿਜ਼ਨਸ ਨਹੀਂ ਹੈ ਜਾਂ ਫੈਕਟਰੀ ਨਹੀਂ ਹੈ ਕਿ ਇਹਨੂੰ ਬੰਦ ਕਰ ਦੇਂਗੇ, ਕੋਈ ਨਹੀਂ ਹੋਰ ਜਗ੍ਹਾ ਖੋਲ ਲਾਂਗੇ। ਇਹ ਤਾਂ ਲੋਕਾਂ ਦੀ ਜਾਨ ਹੈ, ਉਹਨਾਂ ਦੀ ਜ਼ਮੀਨ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਾ, ਉਹਨਾਂ ਦੀ ਉਂਗਲ ਫੜ ਕੇ ਲਿਜਾਣਾ ਪਊਗਾ। ਉਹਨਾਂ ਨੂੰ ਤੁਸੀਂ ਧੱਕ ਕੇ ਇਹ ਨਹੀਂ ਕਹਿ ਸਕਦੇ ਕਿ ਆਪੇ ਪ੍ਰਾਈਵੇਟ ਸੈਕਟਰ ਆ ਜਾਊਗਾ ਇਹਨਾਂ ਨੂੰ ਸੰਭਾਲੇ, ਨਾ ਸੰਭਾਲੇ। ਸਰਦਾਰ ਸਾਹਿਬ, ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹ ਸਾਰੇ ਮਸਲੇ ਨੂੰ ਸਮਝਦੇ ਹੋ, ਹਾਲਾਂਕਿ ਤੁਸੀਂ ਦੇਰ ਤੋਂ ਕਿਸਾਨੀ ਨਾਲੋਂ ਵੱਖਰੇ ਹੋ, ਤੁਸੀਂ ਇੰਟਰਨੈਸ਼ਨਲ ਪੱਧਰ ਦੀ ਜਿਹੜੀ ਸਮੀਖਿਆ ਵੀ ਕਰਦੇ ਹੋ, ਉੱਥੇ ਪਾਰਟਿਸਿਪੇਸ਼ਨ ਵੀ ਕਰਦੇ ਹੋ, ਲੇਕਿਨ ਬੁਨਿਆਦੀ ਮਸਲਾ ਇੱਕ ਇਹ ਵੀ ਹੈ ਕਿ ਦੇਸ਼ ਦੀ ਰਾਜਨੀਤੀ ਦੇ ਵਿੱਚ
ਇਸ ਵੇਲੇ ਪੰਜਾਬ ਦੀ ਕੋਈ ਬਹੁਤੀ ਵੁਕਤ ਨਹੀਂ, ਸਾਡੀਆਂ 13 ਸੀਟਾਂ ਨੂੰ ਉਹ ਬਹੁਤ ਜ਼ਿਆਦਾ ਕੋਈ ਤਵੱਜੋ ਨਹੀਂ ਦਿੰਦੇ। ਪਹਿਲਾਂ ਮੈਂ ਕਾਂਗਰਸ ਦੀ ਰਾਜਨੀਤੀ ਨੂੰ ਕਹਾਂ, ਔਰ ਅੱਜ ਦੇ ਦਿਨ 'ਚ ਸ਼ਾਇਦ ਨਰਿੰਦਰ ਮੋਦੀ ਦੀ ਤਰਜੀਹ ਪੰਜਾਬ ਹੈ ਹੀ ਨਹੀਂ। ਲੇਕਿਨ ਜਦੋਂ ਇਹੀ ਮਸਲਾ ਯੂਪੀ 'ਚ ਫੈਲਦਾ ਤੇ ਬਾਕੀ ਥਾਵਾਂ ਤੇ ਜਾਂਦਾ ਹੈ, ਉਹਦੇ ਨਾਲ ਬਹੁਤ ਵੱਡਾ ਡੈਂਟ ਪੈਂਦਾ ਹੈ। ਤੁਸੀਂ ਠੀਕ ਕਹਿ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਹੁਣ ਯੂਪੀ ਦਾ ਜੇਕਰ ਰੁਝਾਨ ਜਾਂ ਬਾਕੀ ਜਾਂ ਅਖਿਲੇਸ਼ ਯਾਦਵ ਵੀ ਥੋੜਾ ਜਿਹਾ ਪੋਜ਼ਿਟਿਵਿਟੀ ਦਿਖਾਉਣ ਤੇ ਇਸ ਮਸਲੇ ਨੂੰ ਤੁਰੰਤ ਪ੍ਰਭਾਵ ਨਾਲ ਧਿਆਨ 'ਚ ਲਿਆਉਣਾ ਪਊਗਾ ਮੋਦੀ ਗਵਰਨਮੈਂਟ ਨੂੰ। ਅਗਲੇ ਦਿਨਾਂ 'ਚ ਹੁੰਦਿਆਂ ਵੇਖਦੇ ਹੋ, ਕਿਉਂਕਿ ਮੈਨੂੰ ਵੀ ਲੱਗਦਾ ਕਿ ਹੁਣ ਉਹ ਐਡਰੈਸ ਕਰਨਾ ਚਾਹਣਗੇ, ਲੇਕਿਨ ਕਰਨਾ ਇੰਜ ਚਾਹਣਗੇ ਕਿ ਸਾਡੀ ਪਿੱਠ ਲੱਗਦੀ ਨਜ਼ਰ ਨਾ ਆਵੇ, ਪਿੱਠ ਵੀ ਨਾ ਲੱਗੇ, ਅਸੀਂ ਹਰੇ ਹੋਏ ਨਜ਼ਰ ਵੀ ਨਾ ਆਈਏ, ਮਸਲਾ ਵੀ ਹੱਲ ਕਰ ਲਈਏ, ਕਿਸਾਨ ਵੀ ਜੇਬ 'ਚ ਪਾ ਲਈਏ ਤੇ ਮੁੜ ਕੇ ਪੰਜਾਬ ਵਿੱਚ ਆ ਕੇ 2022 ਦੀ ਰਾਜਨੀਤੀ 'ਚ ਕਿਸਾਨ ਆਗੂਆਂ ਨੂੰ ਵਰਤ ਵੀ ਲਈਏ। ਨਰਿੰਦਰ ਮੋਦੀ, ਉਹਨਾਂ ਦੀ ਟੀਮ, ਉਹਨਾਂ ਦੀ ਕੋਰ ਗਰੁੱਪ ਸਾਰੇ ਇਹ ਚਾਹੁੰਦੇ ਹੋਣਗੇ ਕਿ ਇਦਾਂ ਦਾ ਹੱਲ ਕੱਢੀਏ, ਔਰ ਕਈ ਚੈਨਲ ਲੱਗੇ ਵੀ ਹੋਣਗੇ, ਏਜੰਸੀਆਂ ਵੀ ਲੱਗੀਆਂ ਹੋਣਗੀਆਂ, ਨੇਤਾ ਵੀ ਲੱਗੇ ਹੋਣਗੇ, ਪੁਲ ਵੀ ਵਿੱਚ ਬਣੇ ਹੋਣਗੇ। ਤੁਹਾਨੂੰ ਲੱਗਦਾ ਕਿ ਕਦੇ ਸ਼ਾਂਤੀ ਦਿਸਦੀ ਹੋਈ ਸ਼ਾਂਤੀ ਵਾਂਗ ਸ਼ਾਂਤੀ ਹੁੰਦੀ ਨਹੀਂ, ਥੱਲੇ ਦੇ ਚੈਨਲ ਕੰਮ ਕਰਦੇ ਰਹਿੰਦੇ? ਦੇਖੋ, ਜੋ ਨਜ਼ਰ ਚ ਆ ਰਿਹਾ ਯੂਪੀ 'ਚ, ਕਿ ਹਲੇ ਮੇਰੇ ਖਿਆਲ ਇਹਨਾਂ ਨੇ ਪੂਰਾ ਅੰਦਾਜ਼ਾ ਨਹੀਂ ਲਾਇਆ ਜਾਂ ਸਮਝਿਆ ਕਿ ਕਿਸਾਨ ਅੰਦੋਲਨ ਦਾ ਇਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਹਲੇ ਭੰਨ ਤੋੜ ਦੀ ਰਾਜਨੀਤੀ ਅਪਣਾਉਣਗੇ। ਉਹਦੇ 'ਚ ਜਿਵੇਂ ਇੱਕ ਮੁਸਲਮਾਨ ਦਾ ਕੇਸ ਬਣ ਗਿਆ, ਫਿਰ ਜਿਹੜੇ ਜਰਨਲਿਸਟ ਨੇ ਉਹਦੇ ਬਾਰੇ ਲਿਖਿਆ ਉਹਨਾਂ ਤੇ ਕੇਸ ਕਰਤੇ। ਇਹ ਜਿਹੜੀ ਰਾਜਨੀਤੀ ਚੱਲਦੀ ਆ ਰਹੀ ਹੈ ਪਿਛਲੇ 2-3-4 ਸਾਲ ਦੀ, ਉਹੀ ਚੱਲੇਗੀ ਹਲੇ ਕੁਝ ਟਾਈਮ। ਜਦ ਥੋੜਾ ਜਿਹਾ ਨੇੜੇ ਪਹੁੰਚਣਗੇ ਤਾਂ ਇਸ ਲਈ ਕਿਸਾਨਾਂ ਨੂੰ ਬਹੁਤ ਜ਼ਰੂਰੀ ਹੈ ਕਿ ਉਹ ਇਕੱਠੇ ਰਹਿਣ। ਜਿਵੇਂ ਹੁਣ ਪੰਜਾਬ 'ਚ ਨਾ ਚੱਲ ਰਹੇ ਨੇ ਜੀ, ਆਪ ਨੂੰ ਇੱਕ ਚਿਹਰਾ ਚਾਹੀਦਾ ਹੈ, ਇੱਕ ਚਿਹਰਾ ਤਾਂ ਕਾਂਗਰਸ 'ਚੋਂ ਲੱਭ ਰਹੇ ਨੇ, 2 ਚਿਹਰੇ ਕਾਂਗਰਸ ਦੇ ਨੇਤਾ ਦੇ ਨਾਂ ਲੱਗਦੇ ਹੈ, ਇੱਕ ਕਿਸਾਨਾਂ 'ਚੋਂ ਵੀ ਇੱਕ ਕਿਸਾਨ ਨੇਤੇ ਦਾ ਨਾਮ ਵੀ ਜੋੜ ਦਿੱਤਾ ਹੈ। ਤਾਂ ਇਸ ਕਰਕੇ ਕਿਸਾਨਾਂ 'ਚ ਵੀ ਜੇ ਕਿਸੇ ਤਰ੍ਹਾਂ ਦੀ ਫੁੱਟ ਪੈਂਦੀ ਹੈ ਤਾਂ ਉਹਦਾ ਫਾਇਦਾ ਉਠਾਏਗੀ ਕੇਂਦਰ। ਤਾਂ ਇਸ ਲਈ ਕਿਸਾਨ ਵੀ ਇਕੱਠੇ ਰਹਿ ਸਕਦੇ ਹੈ। ਉਹ ਦੇਖਣ ਕਿ ਪੰਜਾਬ 'ਚ ਵੀ ਜਿਹੜੀਆਂ ਸ਼ਕਤੀਆਂ ਉੱਠ ਰਹੀਆਂ, ਪੁਰਾਣੀਆਂ ਜਾਂ ਨਵੀਆਂ, ਕਿਹੜੀ ਐਸੀ ਸ਼ਕਤੀ ਹੈ ਜਿਹਨੂੰ ਉਹ ਤਾਕਤ ਦੇ ਕੇ ਉਹਨਾਂ ਦਾ ਵੀ ਫਾਇਦਾ ਹੋ ਸਕਦਾ ਹੈ। ਪੁਰਾਣੀਆਂ ਸ਼ਕਤੀਆਂ 'ਚ ਹੋ ਸਕਦਾ ਹੈ, ਜਾਂ ਕੋਈ ਨਵੀਂ ਸ਼ਕਤੀ ਜਾਂ ਕੋਈ ਨਵਾਂ ਚਿਹਰਾ ਉੱਠ ਰਿਹਾ ਉਹਦੇ ਨਾਲ ਹੋ ਸਕਦਾ ਹੈ, ਜਾਂ ਕੋਈ ਪੁਰਾਣੇ ਚਿਹਰੇ ਇੱਧਰ ਉੱਧਰ ਅਦਲੀ ਬਦਲੀ ਕਰਕੇ ਤੁਸੀਂ ਉਹ ਇੱਕ ਜੀਪ ਦਾ ਇੰਜਨ ਕੱਢ ਕੇ ਕਾਰ 'ਚ ਪਾ ਦਿਓ, ਕਾਰ ਦੀ ਗੇਅਰ ਬੈਕਸ ਕੱਢ ਕੇ ਬੱਸ 'ਚ ਪਾ ਦਿਓ। ਜੇ ਉਹ ਤੁਸੀਂ ਗੇਅਰ ਬਾਕਸ ਚੇਂਜ ਕਰਕੇ ਗੱਡੀਆਂ ਤੋਰਨੀਆਂ, ਕਈ ਵਾਰ ਆਪਣੇ ਚਲਾ ਲੈਂਦੇ ਆ, ਪੈਟਰੋਲ ਵਾਲੀਆਂ ਗੱਡੀਆਂ 'ਚ ਡੀਜ਼ਲ ਦੇ ਇੰਜਨ ਪਾ ਲੈਂਦੇ ਆ। ਮੇਰੇ ਕੋਲ ਕਿਹੜਾ ਜੀਪ ਹੁੰਦੀ ਸੀ ਜਦ ਮੈਂ ਸਰਵਿਸ ਜੁਆਇਨ ਕੀਤੀ, ਉਹਦੇ 'ਚ ਆਈਸ਼ਰ ਟਰੈਕਟਰ ਦਾ ਇੰਜਨ ਰੱਖ ਲਿਆ ਸੀ। ਉਹ ਰੌਲਾ ਬਹੁਤ ਪਾਉਂਦਾ ਸੀ, ਪਰ ਚੱਲਦਾ ਟਰੈਕਟਰ ਵਾਂਗੂ ਸੀ, ਪਰ ਸੀਗੀ ਜੀਪ। ਸੋ ਪੰਜਾਬ 'ਚ ਉਹ ਜਿਹਾ ਜੁਗਾੜ ਕਰਨ ਲੱਗੇ ਹੋਏ ਆ ਕਿ ਇਧਰੋਂ ਇੰਜਨ ਕੱਢ ਕੇ ਇਹਦੇ 'ਚ ਪਾ ਲਈਏ। ਦੇਖੋ, ਇਹ ਹੁਣ ਕਿਸਾਨਾਂ ਨੂੰ ਸੋਚਣਾ ਪਏਗਾ ਕਿ ਅਸੀਂ ਸਿਰਫ ਬਾਹਰਲੀ ਜੀਪ ਦੇਖ ਲੈਣੀ ਹੈ, ਇਹ ਨਹੀਂ ਦੇਖਣਾ ਇੰਜਨ ਹੈ, ਜਾਂ ਇਹ ਦੇਖ ਲੈਣਾ ਇੰਜਨ ਤਕੜਾ ਪਾਤਾ, ਹੋ ਸਕਦਾ ਜੀਪ ਬੜੀ ਭੱਜੇ, ਜਾਂ ਇਹ ਹੈ ਕਿ ਭਾਈ ਇਹ ਭੰਨ ਤੋੜ ਕਰਕੇ ਜੁਗਾੜ ਵਾਲਾ ਕੰਮ ਚੱਲਦਾ ਨਹੀਂ ਹੁੰਦਾ। ਇਹ ਚੱਲੂਗਾ ਤਾਂ ਥੋੜੀ ਦੂਰ ਚੱਲੂਗਾ, ਫਿਰ ਇਹਨੇ ਰੁਕ ਜਾਣਾ ਉੱਥੇ ਜਾ ਕੇ। ਸੋ ਇਸ ਕਰਕੇ ਜਿਹੜੀ ਸ਼ੋਰੂਮ 'ਚ ਕੋਈ ਨਵੀਂ ਗੱਡੀ ਨਜ਼ਰ ਆਉਂਦੀ ਹੈ ਤਾਂ ਉਹ ਗੱਡੀ ਭਾਵੇਂ ਤੁਹਾਨੂੰ ਥੋੜਾ ਜਿਹਾ ਲੋਨ ਹੀ ਲੈਣਾ ਪਵੇ, ਉਹ ਚੰਗੀ ਰਹੇਗੀ। ਸੋ ਕਿਸਾਨ ਆਪਣਾ ਜਿਹੜਾ ਫੈਸਲਾ ਸੋਚ ਕੇ ਕਰਨ, ਥੋੜਾ ਜਿਹਾ ਠਹਿਰ ਕੇ ਕਰਨ, ਕਿਉਂਕਿ ਇਸ ਵੇਲੇ ਮੌਕੇ ਸਾਜ਼ ਬੜੇ ਬੰਦੇ ਆ, ਪਾਰਟੀਆਂ ਵੀ ਮੌਕੇ ਸਾਜ਼ ਹੋਈਆਂ ਦੇਖ ਕੇ। ਕਾਂਗਰਸ ਦੇ ਵਿੱਚ ਲੜਾਈ ਹੈ, ਅਕਾਲੀ ਦਲ ਆਪਣੇ ਕੰਮਾਂ 'ਚ ਰੁੱਝ ਗਿਆ, ਇਨਕੁਆਇਰੀਆਂ 'ਚ, ਕਿਉਂਕਿ ਕੈਪਟਨ ਸਾਹਿਬ ਨੂੰ ਇਨਕੁਆਇਰੀਆਂ ਵਧਾਉਣੀਆਂ ਪੈਣੀਆਂ। ਆਪ ਇੰਤਜ਼ਾਰ ਕਰ ਰਹੀ ਹੈ, ਆਪ ਨੇ ਇੱਕ ਬੜਾ ਸਾਲ ਦੇ ਸ਼ੁਰੂ ਦੇ ਵਿੱਚ ਇੱਥੇ ਤਬਦੀਲੀ ਕਰਤੀ ਆਪਣੇ ਰੂਲਾਂ 'ਚ, ਕਿ ਜੇ ਪਹਿਲਾਂ ਇਹ ਕਹਿੰਦੇ ਸੀ ਕਿ 2 ਰਿਸ਼ਤੇਦਾਰ ਪਾਰਟੀ 'ਚ ਨਹੀਂ ਆ ਸਕਦੇ, ਉਹਨਾਂ ਨੇ ਕਿਹਾ ਨਹੀਂ, ਜੇ ਰਿਸ਼ਤੇਦਾਰ ਪਹਿਲਾਂ ਹੀ ਪੋਲਿਟਿਕਸ 'ਚ ਹੋਣ, ਤੁਹਾਨੂੰ ਪਤਾ ਹੈ ਇਹਦਾ ਕੀ ਮਤਲਬ ਨਿਕਲਦਾ ਹੈ। ਕਿਉਂਕਿ ਪਿਛਲੇ ਵਾਰ ਇੱਕ ਹਸਬੈਂਡ ਵਾਈਫ ਇਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਸੀ, ਇਹਨਾਂ ਨੇ ਕਿਹਾ ਨਹੀਂ, ਦੋਨਾਂ 'ਚੋਂ ਇੱਕ ਆ ਸਕਦਾ, 2 ਨਹੀਂ ਆ ਸਕਦੇ। ਤੁਹਾਡਾ ਮਤਲਬ ਸਿੱਧੂ ਔਰ ਉਹਨਾਂ ਦੀ ਘਰ ਵਾਲੀ ਤੋਂ ਤੁਹਾਡਾ ਮਤਲਬ? ਹਾਂ, ਤਾਂ ਇਹਨਾਂ ਨੇ ਆਪਣੇ ਰੂਲ ਬਦਲ ਲੈਣੇ। ਸੋ ਇਸ ਕਰਕੇ ਇਹ ਕੁਰਸੀਆਂ ਗਰਮ ਰੱਖ ਰਹੇ ਨੇ। ਪਰ ਇਹ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਮੁੱਦਿਆਂ ਨੂੰ ਦੇਖੋ, ਮੁੱਦੇ ਕਿਹੜੇ ਨੇ, ਉਹ ਮੁੱਦਿਆਂ ਤੇ ਕੀ ਵਿਚਾਰ ਹੈ। ਜਿਹੜੇ ਵਿਚਾਰੇ ਬੈਠੇ ਨੇ ਸਰਹੱਦ ਤੇ ਕਿਸਾਨ, ਉਹਨਾਂ ਦਾ ਕੀ ਕਰਨਾ ਹੈ। ਹਾਂ, ਹੁਣ ਗੱਲਾਂ ਮਾਰਨੀਆਂ ਤਾਂ ਬੜੀਆਂ ਆਸਾਨ ਹੁੰਦੀ ਹੈ, ਭਾਸ਼ਣ ਦੇਣੇ ਬੜੇ ਆਸਾਨ ਨੇ, ਭੜਕਾਊ ਪ੍ਰਚਾਰ ਕਰਨਾ ਬੜਾ ਆਸਾਨ ਹੈ। ਮੈਨੂੰ ਕਈ ਬੰਦਿਆਂ ਦੇ ਤੁਹਾਡੇ ਜਿਹੜੇ ਚੈਨਲ ਦੇਖਦੇ ਨੇ ਕਹਿੰਦੇ ਜੀ ਉਹ ਗੱਲ ਤਾਂ ਠੀਕ ਕਰਦੇ ਨੇ, ਉਹ ਗੱਲ ਥੋੜੀ ਤਰੀਕੇ ਨਾਲ ਕਰਦੇ ਨੇ, ਭੜਕਾਊ ਨਹੀਂ ਕਰਦੇ। ਦੇਖੋ, ਹੁਣ ਭੜਕਾਊ ਗੱਲ ਕਰਨੀ ਤਾਂ ਕੋਈ ਜ਼ਰੂਰੀ ਨਹੀਂ ਹੁੰਦੀ। ਉਹ ਪੁਰਾਣਾ ਸ਼ਬਦ ਹੈ ਕਿ ਜਿਹੜੇ ਬੱਦਲ ਭੜਕਣ ਨੂੰ ਜ਼ਰੂਰੀ ਨਹੀਂ ਬਾਰਿਸ਼ ਦੇਣ। ਸੋ ਉਹ ਜਦ ਖੜਖੜਾ ਰਹੀ ਹੁੰਦੀ ਹੈ ਬਿਜਲੀ, ਇਹਦਾ ਮਤਲਬ ਇਹ ਨਹੀਂ ਕਿ ਥੱਲੇ ਬਾਰਿਸ਼ ਆਏਗੀ। ਤਾਂ ਇਸ ਕਰਕੇ ਤੁਸੀਂ ਇਹ ਦੇਖੋ ਬਾਰਿਸ਼ ਵਾਲੇ ਕਿਹੜੇ ਬੱਦਲ ਨੇ, ਤੇ ਇਹ ਨਹੀਂ ਦੇਖਣਾ।
ਹਾਂ ਜੀ ਮੈਂ ਇੱਕ ਇਹ ਵੀ ਪੁੱਛਣਾ ਹੈ ਤੁਹਾਨੂੰ, ਕਿਉਂਕਿ ਮੈਨੂੰ ਪਤਾ ਹੈ ਤੁਹਾਡਾ ਪਰਸਨਲ ਅਨੁਭਵ ਹੈ ਕੇਜਰੀਵਾਲ ਨਾਲ ਵਿਚਰਨ ਦਾ, ਤੁਹਾਡਾ ਕੇਜਰੀਵਾਲ ਨਾਲ ਇੱਕ ਰਿਸ਼ਤਾ ਰਿਹਾ ਹੈ। ਮੈਨੂੰ ਇਹ ਜ਼ਰੂਰ ਦੱਸਿਓ ਕਿ ਜੇਕਰ ਸਿੱਧੂ ਲਈ ਰੈੱਡ ਕਾਰਪੇਟ ਵਿਛਾਇਆ ਜਾ ਰਿਹਾ ਕੇਜਰੀਵਾਲ ਵੱਲੋਂ, ਤਾਂ ਕੀ ਸਿੱਧੂ ਦਾ ਸੁਭਾਅ ਔਰ ਕੇਜਰੀਵਾਲ ਦਾ ਸੁਭਾਅ ਕਿਸੇ ਜਗ੍ਹਾ ਤੇ ਜਾ ਕੇ ਮੈਚ ਕਰਦੇ ਆ, ਵੇਵਲੈਂਥ ਸੇਮ ਬਣਦੀ ਕਿਤੇ? ਦੇਖੋ ਇਲੈਕਸ਼ਨ ਲਈ ਤਾਂ ਵੇਵਲੈਂਥ ਸੇਮ ਹੋ ਜਾਏਗੀ, ਲੇਕਿਨ ਇਹ ਸਮਝਣਾ ਕੀ ਸੁਣਨ ਚਾਹ ਰਿਹਾ ਹੈ ਕਿ ਸਿੱਧੂ ਸਾਹਿਬ ਇਹ ਕਹਿ ਰਹੇ ਨੇ ਕਿ ਕਮ ਸੇ ਕਮ ਮੈਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਓ, ਕਿ ਉਦੋਂ ਘੱਟ ਮੈਂ ਇਹ ਨਹੀਂ ਅਤਵਾਰ ਕਰ ਸਕਦਾ ਕਿ ਮੇਰੇ ਬੰਦਿਆਂ ਨੂੰ ਟਿਕਟਾਂ ਮਿਲਣਗੀਆਂ ਕਿ ਨਹੀਂ। ਅੱਛਾ ਹੁਣ ਕੀ ਅਤਵਾਰ ਹੈਗਾ ਕਿ ਕੇਜਰੀਵਾਲ ਇਹਨਾਂ ਨੂੰ ਪੁੱਛ ਕੇ ਸਾਰੀਆਂ ਟਿਕਟਾਂ ਦੇਊਗਾ? ਸੀ ਕੇਜਰੀਵਾਲ ਤਾਂ ਆਪ ਕਮਾਂਡਰ ਇਨ ਚੀਫ ਹੈ, ਉਹ ਦਿੱਲੀ 'ਚ ਬੈਠਾ ਹੈ। ਸੋ ਜੇ ਦਿੱਲੀ ਵਾਲੇ ਨੂੰ ਵੀ ਪੁੱਛ ਕੇ ਤੁਸੀਂ ਟਿਕਟਾਂ ਦੀ ਗੱਲ ਕਰਨੀ ਹੈ, ਭਾਵੇਂ ਉਹ ਅਕਬਰ ਰੋਡ ਤੇ ਹੋਵੇ ਜਾਂ ਉਹ ਸੀਐਮ ਹਾਊਸ 'ਚ ਬੈਠਾ ਹੋਵੇ, ਫਿਰ ਗੱਲ ਤਾਂ ਉੱਥੇ ਦੀ ਉੱਥੇ ਆਉਂਦੀ ਹੈ। ਜਾਂ ਫਿਰ ਆਪਣੀ ਪਾਰਟੀ ਬਣਾਓ, ਜੇ ਖੁਦ ਮੁਖਤਿਆਰੀ ਕਰਨੀ ਹੈ ਫਿਰ ਆਪਣੀਆਂ ਟੰਗਾਂ ਤੇ ਖੜੇ ਹੋ। ਫਿਰ ਤੁਸੀਂ ਇੱਧਰ ਉੱਧਰ ਕਿਉਂ ਲੱਭਦੇ ਹੋ ਕਿ ਭਈ ਦੇਖ ਲਓ ਬਾਰਿਸ਼ ਆ ਰਹੀ ਹੈ, ਕਿਹੜਾ ਘਰ ਚੰਗਾ ਹੈ, ਕਿਹਦੇ ਘਰ 'ਚ ਵੜ ਜਾਈਏ, ਤੰਬੂ ਥੱਲੇ ਵੜ ਜਾਈਏ ਕਿਸੇ ਦੇ। ਤਾਂ ਇਸ ਕਰਕੇ ਸੋਚਣ ਵਾਲੀਆਂ ਗੱਲਾਂ ਹੈ। ਮੈਂ ਵੀ ਦੇਖ ਰਿਹਾ ਕਿ ਦੇਖੋ ਜਿਹਨੇ ਜੋ ਕਰਨਾ ਕਰ ਲਓ। ਸਾਡੀ ਗੱਲਬਾਤ ਤੁਹਾਡੇ ਥਰੂ ਹੋਰ ਰਸਤੇ ਤੇ ਲੋਕਾਂ ਨਾਲ ਗੱਲਬਾਤ ਕਰਾਂਗੇ, ਜਿਹੜੀ ਸਮਝ ਆਉਂਦੀ ਹੈ ਉਹਨਾਂ ਨਾਲ ਕਹਾਂਗੇ ਜੀ ਆਹ ਮੇਰੇ ਸਮਝ ਆ ਰਹੀ ਹੈ, ਉਹ ਸੋਚਣ ਕਿ ਇਹ ਠੀਕ ਗੱਲ ਕਰ ਰਹੇ ਹੈ, ਗਲਤ ਗੱਲ ਕਰ ਰਹੇ ਹੈ। ਕਿਉਂਕਿ ਐਤਕੀ ਦੀ ਇਲੈਕਸ਼ਨ ਆਮ ਬੰਦੇ ਨੂੰ ਜੇ ਪੁੱਛੇ ਇਸ ਵੇਲੇ ਹਾਲਾਤ ਇਹ ਬਣੀ ਹੋਏ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਇੱਕ ਵੱਡਾ ਚਿਹਰਾ ਜੇ ਆਮ ਆਦਮੀ ਪਾਰਟੀ ਲੈਂਦੀ ਹੈ ਉਹਨਾਂ ਨੂੰ ਫਾਇਦਾ ਹੋਏਗਾ। ਉਹ ਫਾਇਦਾ ਕਿੰਨਾ ਹੋਏਗਾ, ਕਿੰਨੀ ਦੂਰ ਤਾਈਂ ਹੋਏਗਾ, ਇਹ ਤਾਂ ਹੁਣ ਉਹ ਖੁਦ ਹੀ ਅੰਦਾਜ਼ਾ ਲਗਾਉਣ। ਲੇਕਿਨ ਇਹ ਜਿਹੜਾ ਮੈਂ ਕਿਹਾ ਜੁਗਾੜ ਵਾਲਾ ਜਿਹੜਾ ਸਿਸਟਮ ਹੁੰਦਾ ਇਹ ਚੱਲਦਾ ਨਹੀਂ। ਇਹਦਾ ਮਤਲਬ ਹੈ, ਜੋ ਮੈਂ ਸਮਝ ਸਕਿਆ, ਕਿ ਤੁਸੀਂ ਮਨ ਬਣਾ ਚੁੱਕੇ ਹੋ ਸਿਆਣੀ ਕਿਸਮ ਦੀ ਰਾਜਨੀਤੀ ਕਰਨ ਦਾ। ਉਸ ਕਿਸਮ ਦੀ ਰਾਜਨੀਤੀ ਜਿਹੜੀ ਪੰਜਾਬ ਨੂੰ ਦਰਕਾਰ ਹੈ। ਪੰਜਾਬ ਦੇਰ ਤੋਂ ਇੱਕ ਉਲਝਣ ਵਾਲੀ ਰਾਜਨੀਤੀ 'ਚ ਫਸਿਆ, ਜਿਹਦੇ 'ਚ ਰਾਤਾਂ ਤੇ ਰਹਿਤਾਂ ਨੇ, ਜਿਹਦੇ ਵਿੱਚ ਸਿਰਫ ਤੇ ਸਿਰਫ ਦਾਅਵੇ ਨੇ ਤੇ ਵਾਅਦੇ ਨੇ, ਡਿਲੀਵਰ ਕੁਝ ਨਹੀਂ ਕੀਤਾ ਜਾਂਦਾ, ਕਰਜ਼ਾ ਵੱਧਦਾ ਰਹਿੰਦਾ ਹੈ ਔਰ ਬੁਨਿਆਦੀ ਮਸਲੇ ਉਦਾਂ ਹੀ ਉਹ ਝੋਲੇ 'ਚ ਪਏ ਰਹਿੰਦੇ। ਤੁਹਾਡਾ ਮਤਲਬ ਹੈ ਕਿ ਇੱਕ ਸਾਫ਼ ਸੁਥਰੀ ਸਿਆਣੀ ਰਾਜਨੀਤੀ ਦੇਣ ਦਾ ਤੁਸੀਂ ਮਨ ਬਣਾ ਲਿਆ, ਤਾਂ ਮਤਲਬ ਕੁੱਦੋਗੇ ਰਾਜਨੀਤੀ 'ਚ ਪੂਰੀ ਤਰ੍ਹਾਂ। ਦੇਖੋ ਮੈਂ ਕਹਿ ਰਿਹਾ ਕਿ ਇੱਕਦਮ ਪਾਰਟੀਆਂ ਜਿਵੇਂ ਬਣ ਰਹੀਆਂ ਪੰਜਾਬ 'ਚ, ਮੈਂ ਉਹਦੇ ਨਾਲ ਸਹਿਮਤ ਨਹੀਂ ਕਿ ਪਹਿਲਾਂ ਪਾਰਟੀ ਬਣਾ ਲਓ ਫਿਰ ਬੰਦੇ ਲੱਭਣੇ ਸ਼ੁਰੂ ਕਰੋ। ਪਹਿਲਾਂ ਮੰਚ ਬਣਾਓ, ਮੰਚ ਤੇ ਤੁਸੀਂ ਲੋਕਾਂ ਨੂੰ ਕਹੋ ਭਾਈ ਆ ਜਾਓ, ਕਿਹਨੇ ਆਣਾ ਆ ਜਾਓ, ਦੇਖਦੇ ਆ ਸੱਚੇ ਚੰਗੇ ਬੰਦੇ ਜਿਹੜੇ ਆਂਦੇ, ਪਹਿਲਾਂ ਪੰਜਾਬ ਨੂੰ ਦਿਖਾਓ ਤੁਹਾਡੇ ਨਾਲ ਜੁੜੇ ਕੌਣ ਹੋਏ ਆ ਬੰਦੇ। ਉਹ ਜੁੜਨ ਦੇ ਬਾਅਦ ਜੇ ਤੁਸੀਂ ਸਮਝਦੇ ਹੋ ਕਿ ਪੰਜਾਬ ਇਸ ਨੂੰ ਸਲਾਹ ਰਿਹਾ ਹੈ, ਕਹਿ ਰਿਹਾ ਚੰਗਾ ਕੰਮ ਕਰ ਰਹੇ ਹੋ, ਬੰਦੇ ਵੀ ਚੰਗੇ ਹੈ, ਉਹ ਆਪੇ ਪਤਾ ਲੱਗ ਜਾਂਦਾ ਜੇ ਤੁਹਾਡੇ ਨਾਲ ਚੰਗੇ ਬੰਦੇ ਜੁੜੇ ਹੈ, ਹੋਰ ਜੁੜਨੇ ਸ਼ੁਰੂ ਹੋ ਜਾਣਗੇ। ਸੋ ਜੇ ਹੋਰ ਬੰਦੇ ਜੁੜਨੇ ਸ਼ੁਰੂ ਹੁੰਦੇ ਹੈ, ਤੁਸੀਂ ਉਹਨਾਂ ਦਾ ਵਿਚਾਰ ਸੁਣਦੇ ਹੋ, ਉਦੋਂ ਤੁਸੀਂ ਤੈਅ ਕਰ ਸਕਦੇ ਹੋ ਕਿ ਇਹਨੂੰ ਪਾਰਟੀ ਬਣਾਉਣਾ ਹੈ ਜਾਂ ਨਹੀਂ ਬਣਾਉਣਾ ਹੈ, ਜਾਂ ਇਹਨੂੰ ਸਿਰਫ ਇੱਕ ਅੰਦੋਲਨ ਹੀ ਰੱਖਣਾ ਹੈ। ਲੇਕਿਨ ਜੇ ਤੁਸੀਂ ਪਹਿਲਾਂ ਹੀ ਪਾਰਟੀ ਬਣਾ ਕੇ ਫੇਰ ਕਹੋ ਜੀ ਹੁਣ ਦੱਸੋ ਇਹ ਬੱਸ 'ਚ ਅਸੀਂ ਬੰਦੇ ਕਿਹੜੇ ਬਿਠਾਈਏ, ਉਹ ਮੇਰੇ ਖਿਆਲ ਉਲਟ ਹੋ ਗਈ ਗੱਲ, ਉਹਦੇ ਨਾਲ ਠੀਕ ਨਹੀਂ ਹੋਏਗਾ। ਸੋ ਮੈਂ ਸਟੈਪ ਬਾਏ ਸਟੈਪ ਦੀ ਗੱਲ ਕਰ ਰਿਹਾ। ਬੰਦੇ ਜਿਵੇਂ ਜੁੜ ਰਹੇ ਹੈ, ਤੁਹਾਡਾ ਪ੍ਰੋਗਰਾਮ ਦੇਖਦੇ ਹੈ, ਸੁਣ ਕੇ ਗੱਲ ਬਹੁਤ ਵੱਧ ਜਾਂਦੀ ਹੈ ਅੱਗੇ, ਉਹਨਾਂ ਨੂੰ ਜੋੜ ਕੇ ਦੇਖਾਂਗੇ ਕਿੰਨੇ ਕੁ ਚੰਗੇ ਬੰਦੇ ਜੁੜ ਰਹੇ ਹੈ, ਕੀ ਉਹ ਸਹਿਮਤ ਨੇ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਉਹਦੇ ਨਾਲ, ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਉਹਦੇ ਨਾਲ ਮੈਂ ਸਹਿਮਤ ਹੈ। ਕੱਲੀਆਂ ਮੇਰੀਆਂ ਗੱਲਾਂ ਨਹੀਂ ਹੋ ਸਕਦੀਆਂ, ਗੱਲਾਂ ਸਿਆਣਪ ਹੋਰ ਬੰਦਿਆਂ 'ਚ ਵੀ ਹੈ। ਇਹ ਸਿਆਣਪ ਜਦ ਇਕੱਠੀ ਹੋ ਕੇ ਜੇ ਐਸੀ ਸਿਆਣਪ ਹੋਵੇ ਜਿਹਦੇ ਨਾਲ ਪੰਜਾਬ ਸਹਿਮਤ ਹੋਵੇ, ਬਹੁਤ ਲੋਕ ਪੰਜਾਬ ਦੇ ਸਹਿਮਤ ਹੋਣ, ਉਹ ਕਹਿਣ ਅਸੀਂ ਭੜਕਾਊ ਪ੍ਰਚਾਰ ਨਹੀਂ ਚਾਹੁੰਦੇ, ਅਸੀਂ ਕੋਈ ਐਸੀ ਨਾਅਰੇਬਾਜ਼ੀ, ਅਸੀਂ ਐਸੇ ਤਮਾਸ਼ਬੀਨ ਪੋਲਿਟਿਕਸ ਨਹੀਂ ਚਾਹੁੰਦੇ ਕਿ ਜਿਹਦੇ ਨਾਲ ਲੋਕ ਹੱਸਣ, ਤਾਲੀਆਂ ਵੱਜਣ, ਚੁਟਕਲੇ ਸੁਣਾਓ, ਗਾਣੇ ਗਾਓ, ਜਾਂ ਤੁਸੀਂ ਚਾਹੁੰਦੇ ਹੈ ਜਿਹਦੇ 'ਚ ਇਹੋ ਜਿਹੇ ਬੰਦੇ ਹੋਣ ਜਿਹੜੇ ਕਹਿਣ ਜੀ ਆਹ ਗੱਲ ਹੈ, ਇੱਥੇ ਪੰਜਾਬ ਨੂੰ ਲੈ ਕੇ ਜਾਣਾ ਹੈ, ਐਵੇਂ ਐਵੇਂ ਲੈ ਕੇ ਜਾਣਾ ਹੈ, ਔਰ ਉਹ ਸਿਆਸਤ ਹੋਵੇ। ਇਹ ਪੰਜਾਬ ਨੇ ਤੈਅ ਕਰਨਾ ਹੈ। ਜੀ ਬਹੁਤ ਮਿਹਰਬਾਨੀ ਸਰਦਾਰ ਸਾਹਿਬ। ਇੱਕ ਲੰਬੀ ਗੱਲਬਾਤ ਦੇ ਵਿੱਚੋਂ ਮੈਂ ਇਸ ਸਿੱਟੇ ਤੇ ਪਹੁੰਚਿਆ ਕਿ ਸਾਨੂੰ ਅਜੇ ਆਸ ਛੱਡਣੀ ਨਹੀਂ ਚਾਹੀਦੀ ਔਰ ਅਸੀਂ ਅੱਗੇ ਵਧਣ ਲਈ ਤਿਆਰ ਹਾਂ। ਜੇਕਰ ਸਾਨੂੰ ਲੀਡਰਸ਼ਿਪ ਅੱਛੀ ਮਿਲ ਜਾਂਦੀ ਹੈ ਤਾਂ ਪੰਜਾਬ ਬਾਹਾਂ ਖਿਲਾਰ ਕੇ ਔਲਣ ਨੂੰ ਤਿਆਰ ਆ, ਤੁਰਨ ਨੂੰ ਤਿਆਰ ਆ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।